ਸੋ ਇਹ ਜਿਹੜਾ ਹੁਣ 22 ਜੁਲਾਈ ਤੋਂ ਜਾ ਰਹੇ ਨੇ ਜੱਥੇ ਬਣ ਕੇ ਜਾਣਗੇ, ਇਸ ਬਾਰੇ ਕੀ ਸਰਕਾਰ ਨੇ ਕੋਈ ਰੈਜ਼ਿਸਟੈਂਸ ਵਿਖਾਈ ਹੈ? ਪਹਿਲੀ ਵਾਰ ਹੋਇਆ ਵੀ ਕਿਸਾਨ ਜਥੇਬੰਦੀਆਂ ਨੇ ਵਿਪ ਜਾਰੀ ਕੀਤੀ ਹੋਵੇ ਤੇ ਉਹ ਤੁਸੀਂ ਅੰਦਰ ਪਾਰਲੀਮੈਂਟ ਜਾ ਕੇ ਸਾਡੇ ਏਜੰਡੇ ਤੋਂ ਬਗੈਰ ਪਹਿਲਾਂ ਕੋਈ ਹੋਰ ਏਜੰਡਾ ਨਹੀਂ ਚੱਲਣ ਦੇਣਾ। ਸਭ ਤੋਂ ਪਹਿਲਾਂ ਇਸ 3 ਕਾਨੂੰਨ ਤੇ MSP ਦੇ ਉੱਤੇ ਕਾਨੂੰਨ ਬਣਨ, ਇਹਨਾਂ ਦੀ ਗੱਲ ਕਰੋ ਤੇ ਜਿਹਦੇ ਤੇ ਵੱਡੀ ਲੈਵਲ ਤੇ ਐਜੀਟੇਸ਼ਨ ਕਰਦੇ ਹੋਏ ਆਪਾਂ ਨੂੰ 26 ਜੁਲਾਈ ਤੱਕ 8 ਮਹੀਨੇ ਹੋ ਜਾਣੇ ਆ। ਪੰਜਾਬ ਦੇ ਵਿੱਚ 2.5 ਮਹੀਨੇ ਪਹਿਲਾਂ ਲੱਗੇ, 10.5 ਮਹੀਨੇ ਤਕਰੀਬਨ ਪੂਰੇ ਹੋਣ ਵਾਲੇ ਹੋ ਜਾਣੇ। 200 ਬੰਦੇ ਜਾਂ 250 ਬੰਦੇ ਦੀ ਕੋਈ ਖਾਸ ਇਹ ਪਰਮਿਸ਼ਨ ਨਹੀਂ ਹੁੰਦੀ ਵੀ ਇਹਨੂੰ ਲੋੜ ਪਵੇ ਇਹਦੀ ਉੱਥੇ ਜਾ ਕੇ। ਤਾਂ ਇਸ ਕਰਕੇ ਕੋਈ ਅਸੀਂ ਲਿਖਤੀ ਰੂਪ 'ਚ ਨਹੀਂ ਦਿੱਤਾ, ਪਰ ਉਹਨਾਂ ਨੂੰ ਬਾਈ ਪ੍ਰੈਸ ਨੋਟ ਉੱਥੇ ਪਹੁੰਚ ਚੁੱਕਿਆ। ਇੱਕ ਆਮ ਵਿਅਕਤੀ ਸੋਚਦਾ ਕਿ ਲੜਾਈ ਤਾਂ ਜਿਹੜੀ ਉਹ ਪਾਰਟੀ ਨਾਲ ਹੈ, ਸਰਕਾਰ ਨਾਲ ਹੈ, ਲੇਕਿਨ ਇੱਕ ਇੰਡੀਵਿਜੂਅਲ ਦੇ ਉੱਤੇ ਹਮਲਾ ਕਰਨਾ ਉਹ ਕਿੱਥੋਂ ਤੱਕ ਜਾਏਗਾ? ਜਿਹੜੇ ਪਹਿਲਾਂ ਹੀ ਇੱਕ ਲੰਬੀ ਐਜੀਟੇਸ਼ਨ ਲੜ ਰਹੇ ਸੀਗੇ ਤੇ ਉਹਨਾਂ ਨੂੰ ਪ੍ਰਵੋਕ ਕਰਕੇ ਉਹਨਾਂ ਨੂੰ ਜਾਣ ਕੇ ਉਤਸ਼ਾਹਿਤ ਕੀਤਾ ਵੀ ਉਹ ਇਹੋ ਜਿਹੇ ਕੰਮ ਕਰਨ ਜਿਹੜੇ ਜਿੱਥੇ ਸਾਡੀ ਮੂਵਮੈਂਟ ਨੂੰ ਪਿੱਛੇ ਹਟ ਕੇ ਦੇਖਿਆ ਜਾਵੇ, ਨੈਗੇਟਿਵਲੀ ਦੇਖੀ ਜਾਵੇ ਸਾਡੀ ਮੂਵਮੈਂਟ ਦੇ ਵਿੱਚ। 22 ਜਨਵਰੀ ਤੋਂ ਬਾਅਦ ਅੱਜ ਤੱਕ ਉਹ ਕੋਈ ਮੀਟਿੰਗ ਨਹੀਂ ਕਰ ਰਹੇ। ਜੇ ਬਿਨਾਂ ਪਹਿਲਾਂ ਹਰਜੀਤ ਗਰੇਵਾਲ ਜੀ ਨਾਲ ਤੁਸੀਂ ਨਾਂ ਲਿਆ, ਉਹੀ ਕਹਿੰਦੇ ਹੁੰਦੇ ਸੀ ਟੇਬਲ ਟਾਕ ਤੋਂ ਬਿਨਾਂ ਗੱਲ ਹੱਲ ਨਹੀਂ ਹੋਣੀ। ਸੰਯੁਕਤ ਕਿਸਾਨ ਮੋਰਚੇ ਨੇ ਇੱਕ ਚਿੱਠੀ ਵੀ ਪ੍ਰਾਈਮ ਮਿਨਿਸਟਰ ਨੂੰ ਲਿਖੀ ਸੀ, ਉਹਦਾ ਕੋਈ ਜਵਾਬ ਆਇਆ? ਉਹਦਾ ਵੀ ਜਵਾਬ ਨਹੀਂ ਆਇਆ। ਜਿਹੜੀ 1 ਮਿੰਟ ਦੀ ਕਾਲ ਕੇਸ ਸੀ ਉਹਦਾ ਤਾਂ ਅੱਜ ਤੱਕ 5-6 ਮਹੀਨੇ ਹੋ ਗਏ, 1 ਮਿੰਟ ਦੀ ਕਾਲ ਹੀ ਨਹੀਂ ਆਈ। ਦੇਖੋ ਸਾਡੇ ਕੋਲ 303 ਤਾਂ ਹੈ ਨਹੀਂ, 303 ਵੋਟਾਂ ਤਾਂ MP ਦਾ ਉਹਨਾਂ ਕੋਲ ਨਹੀਂ। ਉਹ ਲਾਅ ਜਦੋਂ ਇੱਕ ਵਾਰ ਰੱਦ ਕਰ ਦੇਣਗੇ ਨਵਾਂ ਆਰਡੀਨੈਂਸ ਜਾਰੀ ਕਰ ਸਕਦੇ। ਸਿਰਫ ਇੱਕ ਰਾਜ ਹੱਟ ਆ ਜੀ ਜਿਹੜੀ ਉਹ ਨਹੀਂ ਛੱਡਣਾ ਚਾਹ ਰਹੇ। ਸਿਰਫ ਇਹ ਰਾਜ ਹੱਟ ਨੂੰ ਕਨਵਰਟ ਕਰ ਲਈ, ਜਿਹੜਾ ਤੁਸੀਂ ਵਰਡ ਚੂਜ਼ ਕਰ ਰਹੇ ਹੋ। ਡਰੈਗਨ ਟਾਕ 'ਚ ਗੱਲ ਹੋ ਰਹੀ ਹੈ ਵੀ ਕਿਸਾਨ ਕਿਉਂ ਨਹੀਂ ਪਿੱਛੇ ਹਟਦੇ। ਫਾਰਮਰਸ ਜਿਹੜੀ ਮੂਵਮੈਂਟ ਖੜੀ ਹੋਈ ਆ ਵੀ ਸਾਡੇ ਤੁਸੀਂ ਅਨਾਜ ਦਾ ਹੀ ਇਹੋ ਜਿਹਾ ਸਿਸਟਮ ਕਰ ਰਿਹਾ ਵੀ ਸਾਰਾ ਹੀ ਕਬਜ਼ਾ ਕਰਨਾ ਚਾਹੁੰਦੇ ਹੋ। ਇਹ ਲੜਾਈ ਉਹਨਾਂ ਦੇ ਜਿਨ੍ਹਾਂ ਦੇ ਕੋਲ ਬਹੁਤ ਗਿਣਤੀ MPs ਨੇ, ਜਿਨ੍ਹਾਂ ਦੀ ਸਰਕਾਰ ਸਟਰੋਂਗ ਆ, ਉਹਨਾਂ ਨੂੰ ਆਪਣੀ ਈਗੋ ਪ੍ਰੋਬਲਮ ਛੱਡ ਦੇਣੀ ਚਾਹੀਦੀ ਹੈ। ਸਟਰੋਂਗ ਗਵਰਨਮੈਂਟ ਜੇ ਮਿਲੀ ਆ ਤਾਂ ਲੋਕਾਂ ਦੀ ਵੋਟ ਲਿੱਤੀ ਆ, ਤੁਸੀਂ ਲੋਕਾਂ ਵਾਸਤੇ ਕੰਮ ਕਰੋ। ਪ੍ਰੋਗਰਾਮ ਬੈਠਕ ਵਿਦ ਵੜੈਚ ਲੈ ਕੇ ਅਸੀਂ ਹਾਜ਼ਰ ਹਾਂ ਇੱਕ ਵਾਰੀ ਫੇਰ। ਅੱਜ ਅਸੀਂ ਉਸ ਮੁੱਦੇ 'ਤੇ ਗੱਲ ਕਰਨ ਜਾ ਰਹੇ ਹਾਂ ਜਿਸ 'ਤੇ ਪਿਛਲੇ ਲੰਮੇ ਸਮੇਂ ਤੋਂ ਪੂਰੇ ਹਿੰਦੁਸਤਾਨ ਦੇ ਲੋਕਾਂ ਦੀਆਂ ਨਿਗਾਹਾਂ ਲੱਗੀਆਂ ਹੋਈਆਂ ਨੇ। ਰੋਜ਼ ਚਰਚਾ ਦੇ ਵਿੱਚ ਗੱਲ ਹੁੰਦੀ ਹੈ ਕਿਸਾਨ ਅੰਦੋਲਨ, ਜੋ ਕਿ ਕੇਂਦਰੀ ਕਾਨੂੰਨਾਂ ਦੇ ਖਿਲਾਫ ਇੱਕ ਖਾਸ ਪੜਾਅ 'ਤੇ ਪਹੁੰਚ ਚੁੱਕਿਆ। 8 ਮਹੀਨੇ ਹੋਣ ਜਾ ਰਹੇ ਨੇ ਔਰ 26 ਨਵੰਬਰ 2020 ਨੂੰ ਜਦੋਂ ਕਾਫਲੇ ਪੰਜਾਬ 'ਚੋਂ, ਹਰਿਆਣੇ 'ਚੋਂ, ਰਾਜਸਥਾਨ 'ਚੋਂ, ਦੂਸਰੇ ਪਾਸਿਆਂ ਤੋਂ ਉੱਥੇ ਪਹੁੰਚੇ ਆ, ਤਾਂ ਉਸ ਵੇਲੇ ਦੀਆਂ ਘਟਨਾਵਾਂ, ਉਸ ਤੋਂ ਬਾਅਦ 26 ਜਨਵਰੀ 2021 ਨੂੰ ਵਾਪਰੀਆਂ ਘਟਨਾਵਾਂ ਔਰ ਇਸ ਦੇ ਦਰਮਿਆਨ ਹੋਰ ਬਹੁਤ ਕੁਝ ਵਾਪਰਿਆ, ਉਹ ਤੁਹਾਡੀਆਂ ਅੱਖਾਂ ਦੇ ਅੱਗੇ ਸਭ ਕੁਝ ਲੰਘਦਾ ਹੈ। ਪਰ ਅੱਜ ਸਥਿਤੀ ਇਹ ਹੈ ਕਿ ਕੀ ਕਾਰਨ ਬਣ ਰਹੇ ਨੇ ਕਿ ਹਾਲੇ ਤੱਕ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੋ ਰਹੀ, ਜਦੋਂ ਕਿ ਹਰ ਖੇਤਰ ਵਿੱਚੋਂ, ਹਰ ਪੱਖ ਤੋਂ, ਹਰ ਵਿਦਵਾਨ ਨੇ ਤਕਰੀਬਨ ਇਹ ਗੱਲ ਕਹਿ ਦਿੱਤੀ ਹੈ ਕਿ ਇਹਨਾਂ ਕਾਨੂੰਨਾਂ ਦੇ ਉੱਤੇ ਵਿਚਾਰ ਕਰਕੇ ਇਹਨਾਂ ਨੂੰ ਰੱਦ ਕਰਨਾ ਚਾਹੀਦਾ, ਜਿਹੜੀ ਮੰਗ ਕਿਸਾਨ ਯੂਨੀਅਨਸ ਲੰਮੇ ਸਮੇਂ ਤੋਂ ਦਿੱਲੀ ਦੇ ਦਰਵਾਜ਼ੇ 'ਤੇ ਬੈਠ ਕੇ ਕਰ ਰਹੀਆਂ ਨੇ। 8 ਮਹੀਨੇ ਹੋਣ ਜਾ ਰਹੇ ਨੇ 26 ਜੁਲਾਈ ਨੂੰ। ਹੁਣ ਨਵਾਂ ਇੱਕ ਰੁਖ ਆ ਰਿਹਾ ਹੈ ਕਿ ਮੌਨਸੂਨ ਸੈਸ਼ਨ ਦੇ ਦੌਰਾਨ ਇਹ ਯੂਨੀਅਨਸ ਨੇ ਆਪਣਾ ਇੱਕ ਨਵਾਂ ਪ੍ਰੋਗਰਾਮ ਉਲੀਕਿਆ ਕਿ ਸੰਸਦ ਦੇ ਬਾਹਰ 200 ਕਿਸਾਨ ਜਾ ਕੇ ਆਪਣਾ ਪ੍ਰਦਰਸ਼ਨ ਕਰਨਗੇ। ਇਸ ਦੇ ਦਰਮਿਆਨ ਇਹ ਗੱਲ ਲੋਕਾਂ ਦੇ ਵਿੱਚ ਮਨਾਂ 'ਚ ਆਈ ਹੈ ਇਹ 26 ਜਨਵਰੀ ਤੋਂ ਬਾਅਦ, ਕਿਉਂਕਿ ਉਸ ਤੋਂ ਬਾਅਦ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਜਾਂ ਜਿਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਨੇ, ਤਾਂ ਲੋਕਾਂ ਦੇ ਮਨ ਵਿੱਚ ਸੀ ਕਿ ਕੁਝ ਹੋ ਨਹੀਂ ਰਿਹਾ। ਲੋਕ ਚਾਹੁੰਦੇ ਸੀ ਕਿ ਕੁਝ ਨਾ ਕੁਝ ਗਰਮ ਹੋਵੇ, ਲੇਕਿਨ ਕਿਸਾਨ ਜਥੇਬੰਦੀਆਂ ਦੇ ਜੋ ਫੈਸਲੇ ਜਾਂ ਉਹਨਾਂ ਨੇ ਕਿਸਾਨ ਸੰਯੁਕਤ ਮੋਰਚੇ ਨੇ ਜਿਸ ਵਿਚਾਰ ਨਾਲ ਆਪਣੇ ਪ੍ਰੋਗਰਾਮ ਦਿੱਤੇ ਹੈ, ਉਸ ਤੋਂ ਇੱਕ ਖਾਸ ਵਰਗ ਦੇ ਵਿੱਚ ਗੱਲ ਇਹ ਜਾਂਦੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਬੜੇ ਸਿਆਣੇ ਢੰਗ ਨਾਲ ਬੈਠ ਕੇ ਫੈਸਲੇ ਲੈਂਦੇ ਆ। ਪਰ ਇਸੇ ਦੌਰਾਨ ਕਈ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰੀਆਂ, ਇਸ ਤਰ੍ਹਾਂ ਦੇ ਬਿਆਨ ਵੀ ਆ ਗਏ ਕਿ ਜਿਸ ਤੋਂ ਲੱਗਦਾ ਸੀ ਕਿ ਕਿਤੇ ਨਾ ਕਿਤੇ ਸੰਯੁਕਤ ਮੋਰਚੇ ਦੇ ਦਰਮਿਆਨ ਕਿਤੇ ਨਾ ਕਿਤੇ ਦਰਾੜ ਪੈ ਰਹੀ ਹੈ। ਖੈਰ, ਇਸ 'ਤੇ ਗੱਲਾਂ ਚੱਲ ਰਹੀਆਂ ਨੇ, ਵਿਚਾਰ ਹੋ ਰਹੇ ਨੇ। ਪਰ ਅੱਜ ਅਸੀਂ ਜੋ ਵਿਸਤਾਰ 'ਚ ਗੱਲ ਕਰਨੀ ਚਾਹਾਂਗੇ ਕਿ ਜੋ 22 ਜੁਲਾਈ ਤੋਂ ਜੱਥੇ ਜਾਣੇ ਨੇ ਬਣ ਕੇ ਕਿਸਾਨ ਯੂਨੀਅਨਸ ਦੇ ਸਿੰਘੂ ਬਾਰਡਰ ਤੋਂ, ਟਿਕਰੀ ਬਾਰਡਰ ਤੋਂ, ਗਾਜ਼ੀਪੁਰ ਬਾਰਡਰ ਤੋਂ 200 ਦਾ ਜੱਥਾ ਜਾ ਰਿਹਾ, ਉਸ ਦੀ ਕੀ ਸਥਿਤੀ ਹੈ, ਉਹ ਕਿਵੇਂ ਜਾਣਗੇ,
ਕਿਉਂਕਿ ਇਹ ਡਰ ਬਣਿਆ ਹੈ ਹਾਲੇ ਵੀ ਕਿ ਕੁਝ ਇਸ ਤਰ੍ਹਾਂ ਦੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਕਿ ਜਿਹੜੀਆਂ ਹਰ ਕਿਸਾਨਾਂ ਦੀ ਮੂਵ ਨੂੰ ਕਿਸੇ ਨਾ ਕਿਸੇ ਢੰਗ ਨਾਲ ਡਾਈਵਰਟ ਕਰਦੀਆਂ ਨੇ, ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਇਸ ਬਾਰੇ ਅਕਸਰ ਚਰਚਾ ਹੁੰਦੀ ਹੈ। ਸੋ ਇਸ ਜੋ 22 ਤਰੀਕ ਤੋਂ ਅੰਦੋਲਨ ਸ਼ੁਰੂ ਕਰਨ ਜਾ ਰਿਹਾ, ਇੱਕ ਨਵਾਂ ਰੂਪ ਲੈ ਰਿਹਾ, ਇਸ ਬਾਰੇ ਗੱਲ ਕਰਨ ਲਈ ਸਾਡੇ ਕੋਲ ਸਰਦਾਰ ਹਰਮੀਤ ਸਿੰਘ ਕਾਦੀਆਂ, ਜੋ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਨੇ, ਉਹ ਅੱਜ ਵਿਸ਼ੇਸ਼ ਤੌਰ 'ਤੇ ਸਾਡੇ ਕੋਲ ਪਹੁੰਚੇ ਨੇ। ਕਾਦੀਆਂ ਸਾਹਿਬ, ਤੁਹਾਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ। ਕਾਦੀਆਂ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਇਹ ਬੜੇ ਲੰਮੇ ਸਮੇਂ ਤੋਂ ਬਾਅਦ, ਕਿਉਂਕਿ ਲੋਕ ਵੇਟ ਕਰ ਰਹੇ ਸੀ ਕਿ ਮੋਰਚਾ ਭਖਦਾ ਰਹਿਣਾ ਚਾਹੀਦਾ, ਸੋ ਇਹ ਜਿਹੜਾ ਹੁਣ 22 ਜੁਲਾਈ ਤੋਂ ਜਾ ਰਹੇ ਨੇ, ਜੱਥੇ ਬਣ ਕੇ ਜਾਣਗੇ, ਇਸ ਬਾਰੇ ਕੀ ਸਰਕਾਰ ਨੇ ਕੋਈ ਰੈਜ਼ਿਸਟੈਂਸ ਵਿਖਾਈ ਹੈ, ਜਾਂ ਤੁਹਾਡੇ ਲਈ ਕੋਈ ਉਹਨਾਂ ਨੇ ਗਾਈਡਲਾਈਨਸ ਦਿੱਤੀਆਂ ਨੇ, ਜਾਂ ਕੋਈ ਸਮੱਸਿਆ ਨਹੀਂ ਆ ਰਹੀ ਜਾਂ ਆ ਰਹੀ ਹੈ? ਇਹ ਜਿਹੜਾ ਪ੍ਰੋਗਰਾਮ ਅਸੀਂ ਬਣਾਇਆ, ਪਹਿਲਾਂ ਬੜਾ ਸੋਚ ਕੇ ਬਣਾਇਆ, ਕਿਉਂਕਿ ਲਿਮਟਡ ਰੱਖਣਾ, ਇੱਕ 200 ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਹੈ ਐਡੇ ਵੱਡੇ ਮੋਰਚੇ ਵਾਸਤੇ, ਜਿੱਥੇ 25-25 30-30 ਹਜ਼ਾਰ ਦਾ ਇਕੱਠ ਘੱਟੋ ਘੱਟ ਹੀ ਰਿਹਾ, ਅਤੇ ਲੱਖਾਂ ਦੇ ਵਿੱਚ ਤਾਂ ਹਮੇਸ਼ਾ ਹੀ ਜੀ ਆਪਾਂ ਸੁਣਦੇ ਰਹੇ ਹਾਂ। ਅਤੇ ਉਸ ਵਕਤ 200 ਦਾ ਜੱਥਾ ਜਾਂ 250-300 ਦਾ ਜੱਥਾ ਲੈ ਕੇ ਜਾਣਾ ਇੱਕ ਪਾਰਲੀਮੈਂਟ ਸੈਸ਼ਨ ਦੇ ਬਾਹਰ, ਅਤੇ ਬਰਾਬਰ ਪੈਰਲਲ ਪਾਰਲੀਮੈਂਟ ਲਾਉਣਾ, ਇਹਦੇ ਵਿੱਚ ਅਸੀਂ ਆਪਣੀ ਗਾਈਡਲਾਈਨ ਦੇਤੀਆਂ, ਜਥੇਬੰਦੀਆਂ ਨੂੰ ਦੇਤੀਆਂ। ਹਰ ਇੱਕ ਜਥੇਬੰਦੀ 5-5 ਬੰਦੇ ਲੈ ਕੇ ਜਾਊਗੀ, ਉਹਦੇ ਆਈ ਕਾਰਡ ਸੰਯੁਕਤ ਮੋਰਚਾ ਪਾਸ ਕਰੂਗਾ। ਸੰਯੁਕਤ ਮੋਰਚਾ ਪਾਸ ਕਰਕੇ ਇੱਕ ਬੱਸਿਸ ਕਰਾਂਗੇ, ਬੱਸਿਸ ਦੇ ਥਰੂ ਪਾਰਲੀਮੈਂਟ ਸਟਰੀਟ ਦੇ ਬਾਹਰ ਜਾ ਕੇ, ਅਤੇ ਉਹਦੇ ਪੈਰਲਲ ਪਾਰਲੀਮੈਂਟ ਲਾਵਾਂਗੇ। ਜਿਹੜਾ ਮੌਨਸੂਨ ਸੈਸ਼ਨ ਹੁਣ ਸ਼ੁਰੂ ਹੋਇਆ, ਉਹਦੇ ਵਿੱਚ ਅਸੀਂ 17 ਤਰੀਕ ਨੂੰ ਇੱਕ ਵਿਪ ਵੀ ਜਾਰੀ ਕੀਤੀ ਆ ਸੰਯੁਕਤ ਮੋਰਚੇ ਵੱਲੋਂ, ਵੀ ਸਾਰੇ MPs ਨੂੰ, ਵੀ ਤੁਸੀਂ ਪਹਿਲੀ ਵਾਰ ਹੋਇਆ ਵੀ ਕਿਸਾਨ ਜਥੇਬੰਦੀਆਂ ਨੇ ਵਿਪ ਜਾਰੀ ਕੀਤੀ ਹੋਵੇ, ਅਤੇ ਉਹ ਤੁਸੀਂ ਅੰਦਰ ਪਾਰਲੀਮੈਂਟ ਜਾ ਕੇ ਸਾਡੇ ਏਜੰਡੇ ਤੋਂ ਬਗੈਰ ਪਹਿਲਾਂ ਕੋਈ ਹੋਰ ਏਜੰਡਾ ਨਹੀਂ ਚੱਲਣ ਦੇਣਾ। ਸਭ ਤੋਂ ਪਹਿਲਾਂ ਇਸ 3 ਕਾਨੂੰਨ ਅਤੇ MSP ਦੇ ਉੱਤੇ ਕਾਨੂੰਨ ਬਣਨ, ਇਹਨਾਂ ਦੇ ਗੱਲ ਕਰੋ। ਅਤੇ ਜਿਹਦੇ 'ਤੇ ਵੱਡੇ ਲੈਵਲ 'ਤੇ ਐਜੀਟੇਸ਼ਨ ਕਰਦੇ ਹੋਏ ਆਪਾਂ ਨੂੰ 26 ਜੁਲਾਈ ਤੱਕ 8 ਮਹੀਨੇ ਹੋ ਜਾਣੇ ਆ। ਪੰਜਾਬ ਦੇ ਵਿੱਚ 2.5 ਮਹੀਨੇ ਪਹਿਲਾਂ ਲੱਗੇ, 10.5 ਮਹੀਨੇ ਤਕਰੀਬਨ ਪੂਰੇ ਹੋਣ ਵਾਲੇ ਹੋ ਜਾਣੇ ਨੇ। ਅਤੇ ਇਸ ਕਰਕੇ ਉਸ ਗਾਈਡਲਾਈਨ ਨੂੰ ਅਸੀਂ ਅੱਜ ਸਾਡੀ ਜਿਹੜੇ 9 ਮੈਂਬਰੀ ਕਮੇਟੀ ਬਣੀ ਸੀ, ਉਹ ਮਿਲੇ ਸੀ ਪੁਲਿਸ ਪ੍ਰਸ਼ਾਸਨ ਨੂੰ। ਉੱਥੇ ਸਾਡੀ ਕਿਸੇ ਗੱਲ ਹਾਲੇ ਉਹਨਾਂ ਦਾ ਸੰਬੰਧ ਸਾਡੇ ਮੁੱਕੀ ਨਹੀਂ, ਕਿਉਂਕਿ ਜਿਹੜੀਆਂ ਮੰਗਾਂ ਅਸੀਂ ਰੱਖਤੀਆਂ ਵੀ ਇੰਨੇ ਲਿਮਟਡ ਜਾਣ ਤੋਂ ਬਾਅਦ ਵੀ ਜੇ ਤੁਸੀਂ ਰੋਕਦੇ ਹੋ ਤਾਂ ਅਸੀਂ ਤਾਂ ਇਸ 'ਤੇ ਹਾਲੇ ਜਾਵਾਂਗੇ। ਅਤੇ ਕੱਲ੍ਹ 20 ਤਰੀਕ ਨੂੰ ਦੁਬਾਰਾ ਫਿਰ ਮੀਟਿੰਗ ਉਹਨਾਂ ਰੱਖੀ ਆ। ਦੇਖੋ ਆਉਣ ਵਾਲਾ ਸਮਾਂ ਸਾਨੂੰ ਕਿਵੇਂ ਇਜਾਜ਼ਤ ਦਿੰਦੇ ਆ, ਪਰ ਇਹ 200 ਬੰਦਿਆਂ ਨੂੰ ਵੀ ਜੇ ਇਜਾਜ਼ਤ ਨਹੀਂ ਮਿਲਦੀ, ਮੈਂ ਇਹ ਸਮਝਦਾ ਵੀ ਐਡੂ ਲਿਮਟਡ ਅਸੀਂ ਕੀ ਰੱਖ ਸਕਦੇ ਸੀਗੇ। ਇਹ ਰੱਖਣ ਦਾ ਕਾਰਨ ਵੀ ਸਾਡਾ ਇਹੀ ਬਣਿਆ ਵੀ ਜਿਹੜੀ ਐਕਸਟਰਨਲ ਫੋਰਸਿਸ ਨੇ, ਜਿਹੜੀਆਂ ਮੋਰਚੇ ਨੂੰ ਖਰਾਬ ਕਰਨੀਆਂ ਚਾਹੁੰਦੀਆਂ ਨੇ, ਵੀ ਉਹ ਆਪਣਾ ਕੰਮ ਨਾ ਕਰ ਸਕਣ। ਕਿਉਂਕਿ ਸਰਕਾਰ ਨੇ ਇੰਨੀਆਂ ਏਜੰਸੀਆਂ ਲਾਈਆਂ ਹੋਈਆਂ ਇਸ ਮੋਰਚੇ ਦੇ ਉੱਤੇ, ਅਲੱਗ-ਅਲੱਗ ਤਰੀਕੇ ਨਾਲ ਸਮੇਂ-ਸਮੇਂ 'ਤੇ ਇਹਨਾਂ ਦੇ ਅਲੱਗ-ਅਲੱਗ ਵਰਡਸ ਦਿੱਤੇ ਗਏ ਵੀ ਇੱਥੇ ਜੀ ਕੁੜੀਆਂ ਰੇਪ ਹੋ ਰਹੀਆਂ, ਇੱਥੇ ਬੰਦੇ ਸਾੜੇ ਜਾ ਰਹੇ ਆ, ਜਾਂ ਅੱਤਵਾਦੀ ਨੇ, ਜਾਂ ਇਹ ਕਮਿਊਨਿਸਟ ਨੇ, ਜਾਂ ਨਕਸਲਾਈਟ ਨੇ। ਬਹੁਤ ਤਰ੍ਹਾਂ ਦੀ ਲੈਂਗੁਏਜ ਯੂਜ਼ ਕਰਕੇ ਇਸ ਮੋਰਚੇ ਨੂੰ ਨੈਸ਼ਨਲ ਮੀਡੀਆ ਦੇ ਵਿੱਚ ਆਪਣੀ ਪਿਕਚਰ ਗਲਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਨੈਗੇਟਿਵ। ਉਸ ਨੂੰ ਅਸੀਂ ਕਵਰ ਕਰਦੇ ਹੋਏ ਇਹ ਪ੍ਰੋਗਰਾਮ ਇੱਦਾਂ ਰੱਖਿਆ ਗਿਆ। ਜੀ, ਸਰਕਾਰ ਕੀ ਬਹਾਨਾ ਲਾ ਰਹੀ ਹੈ ਨਾਲ ਲੈ ਕੇ ਜਾਣ ਦਾ ਕਿ ਨਹੀਂ 200 ਬੰਦਿਆਂ ਨੂੰ ਅਸੀਂ ਨਹੀਂ ਜਾਣ ਦੇਣਾ, ਜਦੋਂ ਕਿ ਬਹੁਤ ਵੱਡੇ ਜਿਹੜੇ ਆ ਉਹ ਪ੍ਰਦਰਸ਼ਨ ਉੱਥੇ ਹੋ ਰਹੇ ਨੇ? ਬਿਲਕੁਲ, ਅਸੀਂ ਕਿਹਾ ਵੀ ਇਹ ਤੋਂ ਵੱਧ ਪ੍ਰਦਰਸ਼ਨ ਹੋ ਰਹੇ ਆ, ਪਰ ਉਹ ਪਿਛਲੀ 26 ਜਨਵਰੀ ਦਾ ਜਾਂ 26 ਨਵੰਬਰ ਦਾ ਇੱਕ ਪਿਕਚਰਾਈਜੇਸ਼ਨ ਦਿਖਾ ਕੇ ਵੀ ਉਸ ਤਰੀਕੇ ਨਾਲ ਤੁਸੀਂ ਜਾ ਸਕਦੇ ਹੋ। ਅਸੀਂ ਕਿਹਾ ਜਦੋਂ ਅਸੀਂ ਲਿਮਟਡ ਅਸੀਂ ਗਰੰਟੀ ਕਰ ਰਹੇ ਹਾਂ, SKM ਗਰੰਟਡ ਕਰ ਰਿਹਾ, ਹਰ ਇੱਕ ਜਥੇਬੰਦੀ ਉਹਦੇ 'ਚ ਆਪਣਾ ਮਹੱਤਵਪੂਰਨ 5-5 ਬੰਦੇ ਰੱਖੇ ਜਾਣਗੇ। ਜਿਹੜੇ ਅਸੀਂ ਰੱਖਿਆ ਹੀ ਤਾਂ ਵਾ ਵੀ 5 ਬੰਦੇ ਦੀ ਡਿਊਟੀ ਇੱਕ ਜਥੇਬੰਦੀ ਦੀ ਹੋਊਗੀ ਜੀ, ਵੀ ਤੁਸੀਂ ਕਿਹੜੇ ਦੇਣੇ ਆ, ਤਾਂ ਆਪਾਂ ਕਿਹੜੇ ਅਨੁਸ਼ਾਸਨ ਨਾਲ ਜਾਣਾ। ਕੋਈ ਵੀ ਲੜਾਈ ਜਿਹੜੀ ਈਵਨ ਤਾਂ ਸ਼ਾਂਤਮਈ ਲੜਾਈ ਲੜ ਰਹੇ ਆ, ਕੋਈ ਵੀ ਲੜਾਈ ਇਸ ਤੋਂ ਬਗੈਰ ਵੀ ਜੇ ਹੁੰਦੀ ਆ, ਜਦ ਤੱਕ ਅਨੁਸ਼ਾਸਨ ਨਹੀਂ ਤੁਹਾਡੇ 'ਚ ਹੈਗਾ, ਤੁਸੀਂ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਅਨੁਸ਼ਾਸਨ ਤਰੀਕੇ ਨਾਲ ਉੱਥੇ ਜਾਣਾ ਅਤੇ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਆ ਬਰਾਬਰ ਪਾਰਲੀਮੈਂਟ ਲਾਉਣਾ, ਇਸ ਦੇ ਵਿੱਚ ਸਰਕਾਰ ਸਾਡਾ ਜਿਹੜਾ ਕੌਂਸਟੀਟਿਊਸ਼ਨਲ ਹੱਕ ਆ ਐਜੀਟੇਸ਼ਨ ਕਰਦਾ, ਉਹ ਰੋਕ ਰਹੀ ਹੈ। ਅੱਗੇ ਵੀ ਜਿਹੜੇ ਹੱਕ ਨੇ ਪਹਿਲਾਂ ਰੋਕੇ ਗਏ, ਉਸ ਹੱਕਾਂ ਦੇ ਵਿੱਚ ਹੀ ਆਪਾਂ ਅੰਦੋਲਨ ਨਿਕਲਿਆ, ਅਤੇ ਇਸ ਦਿੱਲੀ ਦੇ ਬੂਹਿਆਂ 'ਤੇ ਆ ਕੇ ਬੈਠ ਗਏ। ਅਤੇ ਅੱਗੇ ਤੋਂ ਜੇ ਸਰਕਾਰ ਜਿਹੜੇ ਬਹਾਨੇ ਲਾ ਰਹੀ ਹੈ, ਉਹ ਬਿਲਕੁਲ ਹੀ ਐਂ ਲੱਗ ਰਿਹਾ ਜਿਵੇਂ ਡਿਕਟੇਟਰਸ਼ਿਪ ਵਾਲੇ ਪਾਸੇ ਵੱਧ ਰਹੀ ਹੋਵੇ, ਡੈਮੋਕ੍ਰੇਟਿਕਲੀ ਕੰਟਰੀ ਨਾ ਹੋਵੇ। ਜੀ, ਕਾਦੀਆਂ ਸਾਹਿਬ, ਜਿਹੜਾ ਜਾਣਾ 200 ਕਿਸਾਨਾਂ ਨੇ ਉੱਥੇ, ਉਹਨਾਂ ਲਈ ਕੋਈ ਖਾਸ ਕਿਸਮ ਦੀ ਤੁਸੀਂ ਡਰੈਸ ਰੱਖੀ ਹੋਈ ਹੈ? ਉਹ ਕੱਪੜੇ ਜਿਹੜੇ ਪਾ ਕੇ ਜਾਣੇ ਨੇ, ਉਹਨਾਂ ਨੇ ਕੋਈ ਰੰਗ ਰੱਖਿਆ ਹੋਇਆ? ਦੂਸਰੀ ਗੱਲ ਹੈ, ਕੋਈ ਰੂਟ ਨਿਸ਼ਚਿਤ ਕੀਤਾ ਹੋਇਆ ਉਹਦਾ? ਅਤੇ ਰੂਟ ਅਸੀਂ ਪਾਰਲੀਮੈਂਟ ਸਟਰੀਟ ਜਾਣਾ, ਬਾਏ ਬੱਸਿਸ ਜਾਣਾ। ਸਾਡੀ ਜਿਹੜੀ ਕਚਾਰੀਆ ਟਾਈਲਸ ਆਫਿਸ ਆ ਮੇਨ, ਜਿੱਥੇ ਅਸੀਂ ਮੀਟਿੰਗ ਕਰਦੇ ਹਾਂ SKM ਦੇ, ਉਸ ਜਗ੍ਹਾ ਤੋਂ ਅਸੀਂ ਮੁਕਰਰ ਕੀਤਾ ਵੀ ਉੱਥੋਂ ਅਸੀਂ ਬੱਸਿਸ 'ਤੇ ਚੜਾਂਗੇ।
ਉਸ ਤੋਂ ਪਹਿਲਾਂ ਆਈ ਕਾਰਡ ਇਸ਼ੂ ਹੋਊਗਾ, ਉਹਨਾਂ ਦੇ ਗਲ ਦੇ ਵਿੱਚ ਸੇਮ ਕਲਰ ਦੇ ਰਿਬਨ ਪਾ ਕੇ ਤੇ ਆਈ ਕਾਰਡ ਇਸ਼ੂ ਕੀਤੇ ਜਾਣਗੇ ਤਾਂ ਕਿ ਆਇਡੈਂਟੀਫਾਈ ਹੋ ਸਕਣ, ਆਇਡੈਂਟੀਫਾਈ ਹੋਣਗੇ। ਚੜ੍ਹਨ ਤੋਂ ਪਹਿਲਾਂ ਉੱਥੇ ਸਾਡੇ ਜਿਹੜੇ ਵਲੰਟੀਅਰ ਹੋਣਗੇ ਉਹ ਡੰਡੀ ਕਰਨਗੇ, ਉਤਰਨ ਲੱਗੇ ਫਿਰ ਉੱਥੇ ਡੰਡੀ ਕਰਕੇ ਉਤਾਰਨਗੇ। ਤਾਂ ਬਿਲਕੁਲ ਅਸੀਂ ਆਪਣਾ ਪ੍ਰੀਕਾਸ਼ਨਸ ਲੈ ਕੇ ਨਦਰ ਪਾਵਰ ਤੋਂ ਉਸ ਤਰੀਕੇ ਨਾਲ ਲੈ ਕੇ ਜਾ ਰਹੇ ਹਾਂ। ਹੁਣ ਜਿਵੇਂ ਅੱਜ 19 ਤਾਰੀਖ ਹੈ, ਹੋ ਚੁੱਕੀ ਹੈ ਤੇ ਦਿਨ ਨੇੜੇ ਆ ਰਹੇ ਨੇ, ਇਸ ਦਾ ਨੋਟਿਸ ਤਾਂ ਯੂਨੀਅਨਸ ਨੇ ਸਰਕਾਰ ਨੂੰ ਪਹਿਲਾਂ ਦਿੱਤਾ ਹੋਏਗਾ ਕਿ ਅਸੀਂ 22 ਤਰੀਕ ਤੋਂ ਜਿਹੜਾ ਉਹ ਅੰਦੋਲਨ ਕਰਨਾ ਹੈ ਇਸ ਢੰਗ ਨਾਲ, ਤੇ ਉਸ ਵਕਤ ਸਰਕਾਰ ਨੇ ਪਹਿਲਾਂ ਕੁਝ ਨਹੀਂ ਤੁਹਾਨੂੰ ਬੁਲਾਇਆ, ਕੋਈ ਮੀਟਿੰਗ ਨਹੀਂ ਹੋਈ? ਨਹੀਂ, ਜਦਨ ਅਸੀਂ ਆਪਣਾ ਫੈਸਲਾ ਕੀਤਾ, ਜਦ ਹੀ SKM ਦੇ ਵਿੱਚ ਫੈਸਲਾ ਹੋਇਆ ਜੀ, ਪਹਿਲੇ 32 ਜਥੇਬੰਦੀ 'ਚ ਹੁੰਦਾ, ਫਿਰ SKM ਦੇ ਵਿੱਚ ਹੁੰਦਾ, ਨੈਸ਼ਨਲ SKM ਦੇ ਵਿੱਚ ਜੋ ਫੈਸਲਾ ਹੋ ਗਿਆ, ਉਸ ਤੋਂ ਬਾਅਦ PC ਕਰਕੇ ਅਸੀਂ ਆਪਣਾ ਸਾਰਾ ਰੂਟੀਨ ਜਿਹੜੀ 17 ਤਰੀਕ ਵਾਲੀ ਜਿਹੜੇ ਵਿਪ ਜਾਰੀ ਕਰਨਾ, ਤੇ ਜਿਹੜਾ 22 ਤਰੀਕ ਨੂੰ ਅਸੀਂ ਪੈਰਲਲ ਪਾਰਲੀਮੈਂਟ ਲਾਉਣੀ ਆ, ਤੇ ਉਹਦੇ 'ਤੇ ਅਸੀਂ ਖਾਸ ਅਸੀਂ PC ਕੀਤੀ ਆ, ਪ੍ਰੈਸ ਨੋਟ ਜਾਰੀ ਕੀਤੇ ਨੇ। ਤਾਂ ਵੀ ਸਰਕਾਰ ਦਾ ਨਾ ਸਾਨੂੰ ਪੁੱਛਣਾ, ਨਾ ਸਾਡੇ ਗੱਲ ਕਰਨੀ ਲਿੰਕਸ ਨਾਲ। ਕੱਲ੍ਹ ਇੱਕ ਪੁਲਿਸ ਸਿਸਟਮ ਨੇ ਗੱਲ ਜ਼ਰੂਰ ਮੀਟਿੰਗ ਸੱਦੀ ਸੀ ਤੇ ਉੱਥੇ ਮੀਟਿੰਗ ਕਰਕੇ ਆਏ ਨੇ, ਉਹ ਹਾਲੇ ਮੀਟਿੰਗ ਦਾ ਨਤੀਜਾ ਨਹੀਂ ਕੁਛ ਨਿਕਲਿਆ। ਪਰ ਕੀ ਲਿਖਤੀ ਰੂਪ ਵਿੱਚ ਵੀ ਯੂਨੀਅਨਸ ਨੇ, ਸੰਯੁਕਤ ਮੋਰਚੇ ਨੇ ਸਰਕਾਰ ਨੂੰ, ਪੁਲਿਸ ਨੂੰ ਭੇਜਿਆ ਕਿ ਅਸੀਂ ਇਸ ਤਰੀਕ ਨੂੰ ਜਾਣਾ? ਦੇਖੋ, ਇੱਕ ਆਪਣੇ ਦੇਸ਼ ਦੀ ਕੈਪੀਟਲ ਦੇ ਵਿੱਚ ਜਿੱਥੇ ਉਹਨਾਂ ਨੇ ਜਗ੍ਹਾ ਬਣਾਈ ਹੋਈ ਆ ਵੀ ਹਰ ਬੰਦਾ ਆ ਕੇ ਉੱਥੇ ਐਜੀਟੇਸ਼ਨ ਕਰ ਦਿੰਦਾ, ਪਾਰਲੀਮੈਂਟ ਸਟਰੀਟ ਹੈਗੀ ਆ ਜੀ। ਅੱਗੇ ਵੀ ਅਸੀਂ ਜਦੋਂ ਅਲੱਗ-ਅਲੱਗ ਜਥੇਬੰਦੀਆਂ ਵੀ ਆਉਂਦੀਆਂ ਸੀ, ਜੇ ਕੋਈ ਸਰਕਾਰ ਦੇ ਪ੍ਰਤੀ ਰੋਸ ਹੁੰਦਾ ਸੀ ਤਾਂ ਉੱਥੇ ਰੋਸ ਮਾਰਚ ਕਰਦੇ ਸੀ। ਉਦੋਂ ਤਾਂ ਉੱਥੇ ਪਰਮਿਸ਼ਨ ਦੀ ਲੋੜ ਨਹੀਂ, ਤੇ 200 ਬੰਦੇ ਜਾਂ 250 ਬੰਦੇ ਦੀ ਕੋਈ ਖਾਸ ਇਹ ਪਰਮਿਸ਼ਨ ਨਹੀਂ ਹੁੰਦੀ ਵੀ ਇਹਨੂੰ ਲੋੜ ਪਵੇ ਇਹਦੀ ਉੱਥੇ ਜਾ ਕੇ। ਤਾਂ ਇਸ ਕਰਕੇ ਕੋਈ ਅਸੀਂ ਲਿਖਤੀ ਰੂਪ 'ਚ ਨਹੀਂ ਦਿੱਤਾ, ਪਰ ਉਹਨਾਂ ਨੂੰ ਬਾਈ ਪ੍ਰੈਸ ਨੋਟ ਉੱਥੇ ਪਹੁੰਚ ਚੁੱਕਿਆ। ਪੁਲਿਸ ਆਪਣੀ ਕਾਰਵਾਈ ਕਰਨ ਦੀ ਆਪਣੀ ਮੀਟਿੰਗ ਬੁਲਾ ਲਈ ਸੀ। ਹੁਣ ਜਿਹੜੀ ਕੱਲ੍ਹ ਮੀਟਿੰਗ ਹੋਊਗੀ ਉਹਦੇ ਤੋਂ ਬਾਅਦ ਨਤੀਜਾ ਨਿਕਲਦਾ ਵੀ ਉਹ ਕੀ ਸੋਚਦੇ ਆ। ਗੌਰਮੈਂਟ ਦਾ ਪਰਛਾਵਾਂ ਹੋਊਗਾ ਜੋ ਪੁਲਿਸ ਕਹੂਗੀ। ਜੀ, ਪਿੱਛੋਂ ਪ੍ਰੈਸ਼ਰ ਕਿਸ ਤਰ੍ਹਾਂ ਦਾ ਹੈ 200 ਬੰਦਿਆਂ ਨੂੰ ਲੈ ਕੇ, ਕਿ 200 ਕਿਉਂ ਲੈ ਕੇ ਜਾ ਰਹੇ ਹੋ, ਜ਼ਿਆਦਾ ਕਿਉਂ ਨਹੀਂ ਲੈ ਕੇ ਜਾਏ? ਬਹੁਤ ਜ਼ਿਆਦਾ ਪ੍ਰੈਸ਼ਰ ਆ, ਬੜੀਆਂ ਲੋਕਾਂ ਦੀਆਂ ਉਮੀਦਾਂ 'ਤੇ ਵੀ ਪਾਣੀ ਫਿਰਿਆ ਮੈਂ ਕਹਿ ਸਕਦਾ, ਕਿਉਂਕਿ ਲੋਕ ਵੱਧ ਜਾਣ ਨੂੰ ਤਿਆਰ ਨੇ ਜੀ। ਲੋਕ ਬਹੁਤ ਵੱਡੇ ਲੈਵਲ 'ਤੇ ਜਾਣ ਨੂੰ ਤਿਆਰ ਨੇ। ਜੇ ਉਹਨਾਂ ਨੂੰ ਅਸੀਂ ਗਾਈਡਲਾਈਨ ਵੀ ਦਿੰਦੇ ਹਾਂ ਵੀ ਉੱਥੇ ਜੇ ਆਪਾਂ ਫੜੇ ਗਏ ਤਾਂ ਆਪਾਂ, ਜੇ ਉਹਨਾਂ ਨੇ ਸਾਨੂੰ ਉੱਥੇ ਫੜਨ ਦੀ ਵੀ ਕੋਸ਼ਿਸ਼ ਕੀਤੀ ਤਾਂ ਅਸੀਂ ਜ਼ਮਾਨਤ ਨਹੀਂ ਕਰਾਉਣੀ। ਜਦ ਤੱਕ ਇਹ ਅੰਦੋਲਨ ਦਾ ਫੈਸਲਾ ਨਹੀਂ ਹੋਊਗਾ, ਜਦ ਤੱਕ ਜ਼ਮਾਨਤ ਨਹੀਂ ਕਰਾਉਣੀ। ਤਾਂ ਵੀ ਪਿੱਛੋਂ ਇੰਨਾ ਜ਼ਿਆਦਾ ਪ੍ਰੈਸ਼ਰ ਆ ਵੀ ਮੇਰਾ ਨਾਂ ਲਿਖਾਇਆ ਜਾਵੇ, ਮੇਰਾ ਨਾਂ ਲਿਖਾਇਆ ਜਾਵੇ। ਜੇ ਅਸੀਂ ਆਪਣੇ ਜਥੇਬੰਦੀਆਂ 'ਚ, ਜਿਵੇਂ ਮੇਰੀ ਕਹਿ ਲਓ ਜਥੇਬੰਦੀ ਆ, ਉਹਦੇ 'ਚ ਅਸੀਂ ਇੱਦਾਂ ਵੰਡ ਲਿਆ ਸੀ ਵੀ ਜੇ 18-20 ਜਾਣਾ 20 ਜ਼ਿਲ੍ਹੇ ਹੈਗੇ ਨੇ ਵੀ ਇੱਕ ਜ਼ਿਲ੍ਹਾ ਇੱਕ ਦਿਨ ਜਾਊਗਾ ਆਪਣੇ ਬੰਦੇ ਲੈ ਕੇ ਜੀ। ਤਾਂ ਜ਼ਿਲ੍ਹੇ ਦੀ ਪ੍ਰੈਕਟਿਸ ਹੋ ਰਹੀ ਆ ਵੀ ਮੇਰਾ ਨੰਬਰ ਪਹਿਲਾਂ ਲਾਇਆ ਜਾਵੇ, ਪਿੱਛੋਂ ਨਾ ਲਾਇਆ ਜਾਵੇ। ਇਹ ਇੱਕ ਅੰਦੋਲਨ ਦੀ ਖੂਬਸੂਰਤੀ ਆ ਵੀ 26 ਨਵੰਬਰ ਨੂੰ ਜੋ ਪ੍ਰੈਸ਼ਰ ਸੀ, ਜੋ ਚੜ੍ਹਦੀ ਕਲਾ ਸੀ ਲੋਕਾਂ 'ਚ, ਉਹ ਅੱਜ ਵੀ ਬਰਕਰਾਰ ਆ। ਤੇ ਇਸ ਲੜਾਈ ਨੂੰ ਜਿੱਤਣ ਲਈ ਪੂਰਾ ਤਨਦੇਹੀ ਨਾਲ ਲੋਕ ਲੱਗੇ ਹੋਏ ਨੇ, ਆਪ ਦੀ ਵਾਰੀ ਪਹਿਲਾਂ ਗਰਾਊਂਡ 'ਚ ਲੱਗੇ ਹੋਏ ਨੇ। ਜਿਹੜੀ ਵੋਟਰਸ ਵਿਪ ਤੁਸੀਂ ਜਾਰੀ ਕੀਤੀ ਹੈ ਕਿਸਾਨਾਂ ਵੱਲੋਂ ਓਪੋਜੀਸ਼ਨ ਲੀਡਰਸ ਨੂੰ, ਉਹਦਾ ਪਹਿਲੇ ਦਿਨ ਕਿਸ ਤਰ੍ਹਾਂ ਦਾ ਤੁਹਾਨੂੰ ਪਾਰਲੀਮੈਂਟ 'ਚ ਨਜ਼ਾਰਾ ਮਿਲਿਆ? ਕਿਉਂਕਿ ਇੱਕ ਗੱਲ ਇੱਥੇ ਮੈਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਪਿਛਲੀ ਵਾਰ ਜਦੋਂ ਕਿਹਾ ਸੀ ਕਿ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਵੇਲੇ ਫੱਟੀਆਂ ਦਿਖਾਉਣੀਆਂ ਨੇ ਸਾਡੇ ਲੀਡਰਾਂ ਨੇ ਵਿਰੋਧੀਆਂ, ਤਾਂ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋਈ ਸੀ ਕਿ ਸੁਖਬੀਰ ਬਾਦਲ ਹੋਣਾ ਨੇ ਆਪਣੇ ਹੱਥ ਵਿੱਚ ਉਹ ਪੱਟੀ ਤਾਂ ਫੜੀ ਹੋਈ ਸੀ, ਪਰ ਜਿਉਂ ਹੀ ਤੋਮਰ ਸਾਹਿਬ ਨੇੜੇ ਆਏ ਤਾਂ ਉਹਨਾਂ ਨੇ ਲੁਕੋ ਲਈ ਉਹ। ਇਸ ਵਾਰ ਦਾ ਕੀ ਰੁਝਾਨ ਹੈ? ਤੇ ਮੈਂ ਤਾਂ ਸਵੇਰ ਦਾ ਦੇਖ ਰਿਹਾ ਵੀ ਕਿਸਾਨਾਂ ਨੂੰ ਖੁਸ਼ ਹੋਣਾ ਚਾਹੀਦਾ। ਕੀ ਕਹਿੰਦੇ ਇਸ ਕਈ ਵਾਰੀ ਤੁਸੀਂ ਜਿਹੜੇ ਸੀਨੀਅਰ ਪੱਤਰਕਾਰ ਹੋ ਸਾਨੂੰ ਕੁਐਸਚਨ ਕਰ ਲੈਣਾ ਵੀ ਤੁਸੀਂ ਕੀ ਪ੍ਰਾਪਤੀ ਕੀਤੀ ਇਸ ਅੰਦੋਲਨ ਦੀ। ਜੀ, ਇਹ ਪ੍ਰਾਪਤੀ ਹੈ ਸਾਡੀ ਅੰਦੋਲਨ ਦੀ ਵੀ ਅੱਜ ਫੱਟੀਆਂ ਫੜ ਕੇ ਉਹਨਾਂ ਨੂੰ ਮਜਬੂਰਨ ਸਾਰੇ ਮਿਨਿਸਟਰਾਂ ਸਾਹਮਣੇ ਗੱਲ ਕਰਨੀ ਪਈ। ਆਪ ਦੀ ਪਾਰਟੀ ਤੋਂ ਇਲਾਵਾ ਹੋਰ ਜਿਹੜੀਆਂ ਆਪੋਜੀਸ਼ਨ ਲੀਡਰ ਸੀ ਉੱਥੇ ਬੈਠੇ MP ਸੀ, ਉਹਨਾਂ ਨੂੰ ਵੀ ਫੱਟੀਆਂ ਫੜਾ ਕੇ ਬਰਾਬਰ ਖੜਾ ਕਰਨਾ ਤੇ ਸਾਡੀ ਆਵਾਜ਼ ਇਸ ਤਰੀਕੇ ਨਾਲ ਅੱਗੇ ਲੈ ਕੇ ਜਾਣੀ। ਇਹ ਇੱਕ ਵੱਡੀ ਜਿੱਤ ਅੰਦੋਲਨ ਦੀ ਹੋਈ ਹੈ। ਇਹਦਾ ਪ੍ਰੈਸ਼ਰ ਜਿਹੜਾ ਬਿਲਟ ਹੋਣਾ ਚਾਹੀਦਾ, ਪ੍ਰੈਸ਼ਰ ਗਰੁੱਪ ਨੂੰ ਜਿਹੜਾ ਐਕਚੁਅਲੀ ਕੰਮ ਕਰਨਾ ਚਾਹੀਦਾ, ਉਹ ਸਾਡਾ ਸਫਲ ਹੋਇਆ। ਪੰਜਾਬ ਦੀਆਂ ਪਾਰਟੀਆਂ ਦਾ ਕੀ ਰੁਝਾਨ ਤੁਹਾਨੂੰ ਕਿਵੇਂ ਲੱਗਿਆ? ਅਕਾਲੀ ਦਲ ਖਾਸ ਤੌਰ 'ਤੇ ਇਹ ਸਾਰੇ ਹੀ ਆ ਗਏ ਸੀਗੇ ਤੇ ਜਿਹੜੇ ਨਹੀਂ ਆਉਣ ਦੀ ਉਮੀਦ ਸੀ ਅੱਜ ਹੁਣ ਤਕੜੇ ਹੋ ਕੇ ਫੜੀਆਂ ਨੇ। ਹੁਣ ਇਹਨਾਂ ਨੂੰ ਪਤਾ ਵੀ ਆਉਣ ਵਾਲੀਆਂ ਬਾਈਆਂ ਦਿਖਦੀਆਂ ਇਹਨਾਂ ਨੂੰ ਜੀ, ਇਹ ਬਾਈ ਤੋਂ ਪਰੇਸ਼ਾਨ ਹੋਏ ਨੇ ਤੇ ਹੁਣ ਫੱਟੀਆਂ ਫੜਨ 'ਚ ਮਜਬੂਰ ਨੇ ਜੀ। ਕਾਲਿਆ ਸਾਹਿਬ, ਜੋ 22 ਜੁਲਾਈ ਦਾ ਤੁਹਾਡਾ ਪ੍ਰੋਗਰਾਮ ਹੈ ਸੰਸਦ ਵਾਲਾ, ਉਹਦੇ ਬਾਰੇ ਕੁਝ ਤੁਸੀਂ ਆਪਣੇ ਵੱਲੋਂ ਕਹਿਣਾ ਚਾਹੋਗੇ? ਕਿਉਂਕਿ ਮੈਂ ਤੇ ਜਿਹੜੇ ਸਵਾਲ ਪੁੱਛਣੇ ਸੀ ਪੁੱਛ ਲਏ, ਤੁਹਾਨੂੰ ਤੁਸੀਂ ਸਾਡੇ ਦਰਸ਼ਕਾਂ ਨਾਲ ਕੁਝ ਗੱਲ ਸਾਂਝੀ ਕਰਨੀ ਚਾਹੋ ਉਸ ਬਾਰੇ। ਦੇਖੋ, 22 ਜੁਲਾਈ ਨੂੰ ਆਪਾਂ ਬਹੁਤ ਸੋਚੀ ਸਮਝੇ ਤਰੀਕੇ ਨਾਲ ਇੱਕ ਐਜੀਟੇਸ਼ਨ ਦਾ ਅਗਲਾ ਮੂਵ ਦੇ ਰਹੇ ਹਾਂ। ਆਪਾਂ ਹਰ ਤਰ੍ਹਾਂ ਦਾ ਮੂਵ ਦਿੱਤਾ, ਕੋਈ ਪਾਰਟ ਇਹਦਾ ਰਹਿਣ ਨਹੀਂ ਦਿੱਤਾ ਐਜੀਟੇਸ਼ਨ 'ਚ। ਜੇ ਕੱਲ੍ਹ ਨੂੰ ਕੋਈ ਗੌਰਮੈਂਟ ਜਾਂ ਕੋਈ ਵੀ ਪੱਖ ਇਹਨੂੰ ਦੱਸਣ ਲੱਗੇ ਕਹੇ, ਪਿਛਲੇ 26 ਜੂਨ ਨੂੰ ਆਪਾਂ
ਜਿਹੜਾ ਇੱਕ ਪੱਖ ਡੈਮੋਕ੍ਰੇਸੀ ਦਾ ਹੁੰਦਾ, ਜਿਹਦੇ ਬਰਾਬਰ ਰਾਜਪਾਲ ਰਾਜ ਕਰਦੇ ਨੇ ਅਤੇ ਗਵਰਨਰ ਹੁੰਦਾ, ਉਸ ਤੋਂ ਬਾਅਦ ਰਾਸ਼ਟਰਪਤੀ ਰਾਜ ਕਰਦੇ ਨੇ। ਆਪਾਂ ਉਹਨਾਂ ਨੂੰ ਵੀ ਮੰਗ ਪੱਤਰ ਦੇ ਕੇ ਰਾਜਪਾਲ ਥਰੂ ਰਾਸ਼ਟਰਪਤੀ ਨੂੰ ਬਚਾਇਆ ਵੀ ਸਾਡੀ ਮੰਗ, ਸਾਡੀ ਇਹ ਜਿਹੜੀ ਰਿਪੀਲ ਆ ਲਾਅ ਕੀਤੇ ਜਾਣ, ਕਿਉਂਕਿ ਰਾਸ਼ਟਰਪਤੀ ਜੀ ਦੇ ਸਾਈਨ ਨਾਲ ਤਾਂ ਲਾਅ ਬਣਦਾ ਵੀ। ਉਹਨਾਂ ਨੇ 3-4 ਦਿਨਾਂ 'ਚ ਹੀ ਲਾਅ ਸਾਈਨ ਕਰਕੇ ਮੋੜਤਾ, ਜਿਹੜਾ ਕਿ ਰੱਖ ਸਕਦੇ ਸੀ, ਡਿਸਕਸ਼ਨ ਪਾ ਸਕਦੇ ਸੀ ਦੁਬਾਰਾ। ਬੜੇ ਇੱਕ ਢੰਗ ਹੁੰਦੇ ਆ, ਇਹਨੂੰ ਪਾਰਲੀਮੈਂਟਰੀ ਡਿਸਕਸ਼ਨ 'ਚ ਪਾ ਸਕਦੇ ਸੀ ਦੁਬਾਰਾ, ਜਿਹੜਾ ਉਹਨਾਂ ਨੇ ਨਹੀਂ ਪਾਇਆ। ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਦਿੱਤਾ। ਇਸ ਤਰੀਕੇ ਨਾਲ ਹੀ ਹੁਣ ਪਾਰਲੀਮੈਂਟ ਆ, ਜਿਹੜੀ ਪਾਰਲੀਮੈਂਟ ਨੇ ਲਾਅ ਬਣਾਇਆ, ਇਹ ਹੁਣ ਸਾਡੇ ਵਾਸਤੇ ਐਜੀਟੇਸ਼ਨ ਦੇ ਵਿੱਚ ਕੋਵਿਡ-19 ਹੋਣ ਕਾਰਨ ਪਹਿਲਾ ਇੱਕ ਮੌਨਸੂਨ ਸੈਸ਼ਨ ਆ ਰਿਹਾ ਜਿੱਥੇ ਪ੍ਰਫੁੱਲ ਤਰੀਕੇ ਨਾਲ ਸਾਰੇ MP ਆਉਣਗੇ। ਅਸੀਂ ਤਾਂ ਹੀ ਇਹ 'ਚ ਪ੍ਰੈਸ਼ਰ ਬਣਾਉਣ ਨੂੰ ਇਹਦਾ ਆਪਾਂ 200 ਬੰਦੇ ਜਿਹੜੇ 5-5 ਜਥੇਬੰਦੀਆਂ ਲੈ ਕੇ ਜਾਣੇ ਨੇ, ਪੈਰਲਲ ਪਾਰਲੀਮੈਂਟ ਲਾਉਣਾ, ਪਾਰਲੀਮੈਂਟ ਸਟਰੀਟ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਅਸੀਂ ਉੱਥੇ ਜਾਣਾ ਅਤੇ ਸਿਰਫ ਇੱਕ ਦਿਖਾਵਾ ਕਰਨਾ ਵੀ ਜਿਹੜਾ ਤੁਸੀਂ ਕਾਨੂੰਨ ਬਣਾਇਆ ਅਸੀਂ ਵੀ ਆਪਣੇ MP ਚੁਣ ਕੇ ਭੇਜ ਸਕਦੇ ਹਾਂ, ਪਾਰਲੀਮੈਂਟ ਸਟਰੀਟ 'ਚ ਬਿਠਾਵਾਂਗੇ ਅਤੇ ਉਹਦੇ ਤਿੰਨੇ ਕਾਨੂੰਨਾਂ ਦੇ ਉੱਤੇ ਡਿਸਕਸ਼ਨ ਹੋਊਗੀ ਅਤੇ MSP ਦੇ ਲਾਅ ਬਣਾਉਣ ਬਾਰੇ ਡਿਸਕਸ਼ਨ ਹੋਊਗੀ। ਇਸ ਤਰੀਕੇ ਨਾਲ whip ਜਾਰੀ ਕਰਕੇ ਆਪਾਂ ਓਪੋਜੀਸ਼ਨ ਨੂੰ ਮਜਬੂਰ ਕੀਤਾ ਵੀ ਸਾਡੀ ਗੱਲ ਉੱਥੇ ਰੱਖੀ ਜਾਵੇ, ਸਾਡੇ ਏਜੰਡੇ ਉੱਥੇ ਰੱਖੇ ਜਾਣ, ਸਾਡਾ ਏਜੰਡਾ ਪਹਿਲ ਦੇ ਆਧਾਰ 'ਤੇ ਉੱਥੇ ਡਿਸਕਸ ਹੋਵੇ ਅਤੇ ਜਲਦੀ ਤੋਂ ਜਲਦੀ ਰਿਪੀਲ ਵਾਲਾ ਪਾਸਾ ਜਿਹੜਾ ਵੀ ਲਾਅ ਦਾ ਹੈਗਾ ਉਹ ਉੱਥੇ ਜ਼ਰੂਰ ਹੋਵੇ ਅਤੇ ਕਿਸੇ ਮਹੱਤਵਪੂਰਨ ਕਿਤੇ ਫੈਸਲਾਕੁਨ ਨਤੀਜੇ ਵੱਲ ਆਪਾਂ ਜਾ ਸਕੀਏ। ਕੁਝ ਸਵਾਲ ਸਾਡੇ ਦਰਸ਼ਕਾਂ ਦੇ ਮਨਾਂ ਦੇ ਵਿੱਚ ਵੀ ਹੋਣਗੇ। ਪਿਛਲੇ ਦਿਨਾਂ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਰਹੇ ਕਿ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਗਈਆਂ ਜਿਨ੍ਹਾਂ ਦੇ ਨਾਲ ਇਹ ਲੱਗਿਆ ਕਿ ਅੰਦੋਲਨ ਦੇ ਦਰਮਿਆਨ ਕਿਤੇ ਨਾ ਕਿਤੇ ਕਾਂਜੀ ਸੁੱਟੀ ਜਾ ਰਹੀ ਹੈ, ਕਿਉਂਕਿ ਜਿਸ ਹਿਸਾਬ ਨਾਲ ਆਮ ਸ਼ਹਿਰੀ ਤੋਂ ਅੰਦੋਲਨ ਨੂੰ ਸਪੋਰਟ ਮਿਲੀ ਹੈ, ਅਸੀਂ ਦੇਖਦੇ ਹਾਂ ਕਿ ਸ਼ਾਮ ਨੂੰ ਸ਼ਹਿਰਾਂ ਦੇ ਵਿੱਚ, ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਕਿਸਾਨਾਂ ਨਾਲ ਕੋਈ ਸੰਬੰਧ ਨਹੀਂ, ਉੱਥੇ ਵੀ ਲੋਕ ਸਪੋਰਟ ਕਰਨ ਵਾਸਤੇ ਸ਼ਾਮ ਨੂੰ ਝੰਡੇ ਲੈ ਕੇ ਖੜ੍ਹੇ, ਕਾਲੇ ਝੰਡੇ ਲੈ ਕੇ ਖੜ੍ਹੇ, ਕਿਸਾਨਾਂ ਦੇ ਝੰਡੇ ਲੈ ਕੇ ਖੜ੍ਹਦੇ ਆ। ਬਾਕੀ ਸ਼ਹਿਰਾਂ ਦੇ ਵਿੱਚ ਵੀ ਇੱਥੋਂ ਤੱਕ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਉਹ ਹੋਇਆ। ਇੱਥੇ ਮੈਨੂੰ ਦੱਸਦਿਆਂ ਇਹ ਖੁਸ਼ੀ ਵੀ ਹੋ ਰਹੀ ਹੈ ਕਿ ਸਾਡੇ ਨਾਲ ਜਾਪਾਨ ਟੋਕੀਓ ਤੋਂ ਰੁਪਿੰਦਰ ਸਿੰਘ ਜੋ ਕਿ ਪਟਿਆਲੇ ਦੇ ਰਹਿਣ ਵਾਲੇ ਨੇ, ਉਹਨਾਂ ਨੇ ਇਹ ਗੱਲ ਕੀਤੀ ਕਿ ਉਹਨਾਂ ਨੇ ਟੋਕੀਓ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ ਅਤੇ ਜਦੋਂ ਉੱਥੋਂ ਦੇ ਲੋਕਾਂ ਨੂੰ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ, ਤਾਂ ਉਹਨਾਂ ਨੇ ਕਿਹਾ ਕਿ ਹਿੰਦੁਸਤਾਨ ਦੀ ਸਰਕਾਰ ਹੈ ਜਿਨ੍ਹਾਂ ਨੇ ਕਿਸਾਨਾਂ ਦੇ ਖਿਲਾਫ ਕਾਨੂੰਨ ਬਣਾ ਦਿੱਤੇ, ਅਸੀਂ ਉਹਦਾ ਵਿਰੋਧ ਕਰ ਰਹੇ ਹਾਂ। ਤਾਂ ਉਹਨਾਂ ਨੇ ਕਿਹਾ ਕਿ ਉੱਥੇ ਤਾਂ ਮੋਦੀ ਸਰਕਾਰ ਹੈ, ਅਤੇ ਉਹ ਕਹਿੰਦੇ ਵੀ ਹਾਂ ਮੋਦੀ ਨੇ ਬਣਾਏ। ਤਾਂ ਉਹਨਾਂ ਨੇ ਕਿਹਾ ਕਿ ਜਾਪਾਨ ਵਾਲਿਆਂ ਦੇ ਮਨਾਂ ਦੇ ਵਿੱਚ ਮੋਦੀ ਦੀ ਇੱਕ ਬਹੁਤ ਤਕੜੀ ਇਮੇਜ ਬਣੀ ਹੋਈ ਹੈ, ਪਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਕਿਸਾਨਾਂ ਦੇ ਖਿਲਾਫ ਕਾਨੂੰਨ ਬਣ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਸੋਚ ਸਕਦੇ ਕਿ ਮੋਦੀ ਬਾਰੇ ਜਿੰਨਾ ਇਮੇਜ ਸਾਡੇ ਜਾਪਾਨ 'ਚ ਬਣਾਇਆ ਗਿਆ ਵਧੀਆ ਕਿ ਉਹ ਕਿਸਾਨਾਂ ਦੇ ਖਿਲਾਫ ਹੋਏਗਾ। ਉਹਨਾਂ ਨੇ ਵੀ ਉਹਨਾਂ ਦੇ ਨਾਲ ਖਲੋ ਕੇ ਸਪੋਰਟ ਕੀਤੀ। ਸੋ ਬਾਹਰਲੇ ਮੁਲਕਾਂ ਦੇ ਵਿੱਚ ਵੀ ਸਪੋਰਟ ਹੋਈ ਹੈ, ਹਰ ਪੱਧਰ 'ਤੇ, ਪਾਰਲੀਮੈਂਟ 'ਚ ਵੀ ਹੋਈ ਹੈ, ਕੈਨੇਡਾ 'ਚ ਵੀ ਹੋਈ ਹੈ, UK 'ਚ ਵੀ ਹੋਈ ਹੈ, ਉਂਝ ਵੀ ਲੋਕਾਂ ਨੇ ਨਿਕਲ ਕੇ ਬਾਹਰ ਕੀਤਾ। ਪਰ ਕਾਦੇ ਸਾਹਿਬ, ਇੱਥੇ ਕੁਝ ਘਟਨਾਵਾਂ ਵਾਪਰੀਆਂ ਜਿਹਦੇ ਨਾਲ ਅਸੀਂ ਗੱਲ ਕਰਨੀ ਚਾਹਾਂਗੇ ਕਿ ਕੁਝ ਸਪਸ਼ਟੀਕਰਨ ਹੋਵੇ ਕਿ ਕਿਸਾਨ ਸੰਯੁਕਤ ਮੋਰਚਾ ਜਿਹੜਾ ਉਹ ਕਿਉਂ ਨਹੀਂ ਬੋਲੇ। ਜਿਵੇਂ ਸਭ ਤੋਂ ਪਹਿਲਾਂ ਅਰੁਣ ਨਾਰੰਗ ਹੋਣਾ ਦੇ ਨਾਲ ਹੋਇਆ ਕਿ ਅਬੋਹਰ ਦੇ ਵਿੱਚ ਉਹਨਾਂ ਦੇ ਕੱਪੜੇ ਜਿਹੜੇ ਆ ਉਹ ਪਾੜੇ ਗਏ, ਇੱਕ ਬੇਇੱਜ਼ਤੀ ਕੀਤੀ ਗਈ, ਇਸ ਕਿਸਮ ਦੀ ਇੱਕ ਸਿੰਪਥੀ ਉਹਨਾਂ ਵੱਲ ਚਲੀ ਗਈ। ਦੂਸਰੀ ਘਟਨਾ ਇੱਕ ਬਹੁਤ ਵੱਡੀ ਵਾਪਰੀ ਹੈ ਜੋ ਹਰਜੀਤ ਗਰੇਵਾਲ ਜੋ ਕਿ ਅਕਸਰ ਕਿਸਾਨਾਂ ਦੇ ਵਿਰੋਧ ਵਿੱਚ ਬੋਲਦੇ ਆ ਅਤੇ ਕਾਨੂੰਨਾਂ ਦੇ ਹੱਕ ਵਿੱਚ ਬੋਲਦੇ ਆ, ਬੜਾ ਵੱਡਾ ਵਿਰੋਧ ਉਹਨਾਂ ਨੇ ਸਾਰੇ ਪੰਜਾਬ 'ਚ ਹੀ ਆਪਣੇ ਖਿਲਾਫ ਖੜ੍ਹਾ ਕੀਤਾ ਹੋਇਆ। ਉਹਨਾਂ ਦੀ ਜ਼ਮੀਨ ਜਿਹੜੀ ਹੈ ਉਹਦੇ ਵਿੱਚ ਝੋਨਾ ਨਹੀਂ ਲਾਉਣ ਦਿੱਤਾ, ਉੱਥੋਂ ਪਨੀਰੀ ਚੁੱਕ ਕੇ ਲੈ ਗਏ, ਉਹ ਵਾਹ ਦਿੱਤੀ। ਇਸ ਦੇ ਨਾਲ ਜਿਹੜੀ ਘਟਨਾ ਇੱਕ ਵਾਪਰੀ ਸਿਰਸੇ ਦੇ ਵਿੱਚ, ਇਸੇ ਤਰ੍ਹਾਂ ਦੂਸਰੇ ਵਾਪਰੀ ਡਿਪਟੀ ਸਪੀਕਰ ਹਰਿਆਣੇ ਦੇ, ਉਹਨਾਂ ਦੇ ਵੀ ਪੱਥਰ ਮਾਰੇ ਗਏ ਕਾਰ ਦੇ ਉੱਤੇ। ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ, ਇੱਕ ਆਮ ਵਿਅਕਤੀ ਸੋਚਦਾ ਕਿ ਇਹ ਲੜਾਈ ਤਾਂ ਜਿਹੜੀ ਉਹ ਪਾਰਟੀ ਨਾਲ ਹੈ, ਸਰਕਾਰ ਨਾਲ ਹੈ, ਲੇਕਿਨ ਇੱਕ ਇੰਡੀਵਿਜੂਅਲ ਦੇ ਉੱਤੇ ਹਮਲਾ ਕਰਨਾ ਉਹ ਕਿੱਥੋਂ ਤੱਕ ਜਾਇਜ਼ ਆ, ਕਿਉਂਕਿ ਇਹਦੇ ਬਾਰੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਸਪਸ਼ਟ ਰੂਪ ਦੇ ਵਿੱਚ ਨਹੀਂ ਗੱਲ ਆਈ, ਪਰ ਜੋ ਬਿਆਨ ਆਏ ਉਹ ਤੋਂ ਇਹੀ ਲੱਗਿਆ ਕਿ ਸ਼ਾਇਦ ਉਹ ਇਹਨਾਂ ਘਟਨਾਵਾਂ ਨੂੰ ਸਪੋਰਟ ਕਰਦੇ ਆ। ਨਹੀਂ, ਇਹ ਜਿਹੜੀ ਤੁਸੀਂ ਘਟਨਾਵਾਂ ਸੁਣਾਈਆਂ ਨੇ ਤਕਰੀਬਨ ਸਾਰੀਆਂ ਤੁਸੀਂ ਇੱਕ ਬੁੱਕਲ 'ਚ ਲੈ ਲਈਆਂ ਵੀ ਜਿਹੜੀ ਇਕੱਠੀਆਂ ਇੰਨੀਆਂ ਹੋਈਆਂ ਨੇ ਪੰਜਾਬ ਜਾਂ ਹਰਿਆਣੇ ਜਾਂ ਚੰਡੀਗੜ੍ਹ 'ਚ ਹੋਈਆਂ ਨੇ। ਇੱਕ ਤਾਂ ਆਪਾਂ ਜੇ ਇਸ ਘਟਨਾਵਾਂ ਬਾਰੇ ਰੋੜਤ ਕਰੀਏ ਤਾਂ ਇੱਕ ਕਾਲ ਆ ਵੀ ਜਿੱਥੇ ਵੀ BJP ਦੇ ਲੀਡਰ ਆਉਣਗੇ ਉੱਥੇ ਕਾਲੇ ਝੰਡੇ ਦਿਖਾ ਕੇ, ਕਿਸਾਨੀ ਝੰਡੇ ਦਿਖਾ ਕੇ ਉਹਨਾਂ ਦਾ ਵਿਰੋਧ ਕੀਤਾ ਜਾਊਗਾ ਅਤੇ ਲੋਕਾਂ 'ਚ ਰੋਸ ਅਲੱਗ-ਅਲੱਗ ਲੀਡਰ ਪ੍ਰਤੀ, ਪਰਸਨਲ ਰੋਸ ਅਲੱਗ-ਅਲੱਗ ਲੀਡਰ ਪ੍ਰਤੀ ਇੰਨਾ ਜ਼ਿਆਦਾ ਵੱਧ ਗਿਆ ਅਤੇ ਉਹਨਾਂ ਨੇ ਪ੍ਰਵੋਕ ਕੀਤਾ ਸਾਡੇ ਯੂਥ ਨੂੰ, ਜਿਹੜੇ ਪਹਿਲਾਂ ਹੀ ਇੱਕ ਲੰਬੀ ਐਜੀਟੇਸ਼ਨ ਲੜ ਰਹੇ ਸੀਗੇ, ਅਤੇ ਉਹਨਾਂ ਨੂੰ ਪ੍ਰਵੋਕ ਕਰਕੇ
ਉਹਨਾਂ ਨੂੰ ਜਾਣ ਕੇ ਉਤਸ਼ਾਹਿਤ ਕੀਤਾ ਵੀ ਉਹ ਇਹੋ ਜਿਹੇ ਕੰਮ ਕਰਨ ਜਿਹੜੇ ਤਿੱਥੇ ਸਾਡੀ ਮੂਵਮੈਂਟ ਨੂੰ ਪਿੱਛੇ ਹਟ ਕੇ ਦੇਖਿਆ ਜਾਵੇ, ਨੈਗੇਟਿਵਿਟੀ ਦੇਖੀ ਜਾਵੇ ਸਾਡੀ ਮੂਵਮੈਂਟ ਦੇ ਵਿੱਚ। ਮੈਂ ਜ਼ਰੂਰ ਇਹ ਮੰਨਦਾ ਜੇ ਕੱਪੜੇ ਪਾੜੇ ਤਾਂ ਇਸ ਦੇ SKM ਨੇ ਕਿਹਾ ਸੀ ਵੀ ਇਹ ਨਹੀਂ ਸਾਡੀ ਕਾਲ ਨਹੀਂ ਹੈ, ਇਹ ਸਾਡੀ ਕਾਲ ਸ਼ਾਂਤੀਪੂਰਨ ਤਰੀਕੇ ਨਾਲ ਆ। ਜਦੋਂ ਗਰੇਵਾਲ ਸਾਹਿਬ ਦਾ ਜ਼ਮੀਨ ਵਾਹੀ ਗਈ ਉਦੋਂ ਵੀ ਅਲੱਗ-ਅਲੱਗ ਮੀਡੀਆ ਨੇ ਪੁੱਛਿਆ ਤਾਂ ਇਹ ਦੱਸਿਆ ਗਿਆ ਸੀ ਵੀ ਉਹ ਨਿੱਜੀ ਤੌਰ 'ਤੇ ਇੱਕ ਪੰਚਾਇਤ ਦਾ ਫੈਸਲਾ ਸੀ, ਉਹਨਾਂ ਦੀ ਆਪ ਦੀ ਪਿੰਡ ਦੇ ਪੰਚਾਇਤ ਦਾ ਫੈਸਲਾ ਸੀ ਵੀ ਤੁਸੀਂ ਕਿਸਾਨਾਂ ਦੇ ਉਲਟੋਂ ਸਾਡੇ ਪਿੰਡ ਦੇ ਹੋਣ ਦੇ ਨਾਤੇ ਵੀ ਤੁਹਾਡੀ ਜ਼ਮੀਨ ਕੋਈ ਐਤਕੀ ਠੇਕੇ ਨਹੀਂ ਲਊਗਾ। ਅਤੇ ਜਾਂ ਨਾ ਠੇਕੇ ਲੈਣ ਦੇ ਜੇ ਕਿਸੇ ਨੇ ਜ਼ਮੀਨ ਵਾਹ ਲਈ ਸੀ ਤਾਂ ਉਹ ਪਿੰਡ ਵਾਲਿਆਂ ਨੇ ਆ ਕੇ ਉਹ ਜ਼ਮੀਨ ਉਹ ਉੱਥੇ ਜਿਹੜੀ ਆਪਾਂ ਘਟਨਾ ਦੇਖੀ ਉਹ ਹੋਈ। ਪਰ ਉਸ 'ਤੇ ਵੀ ਜਦੋਂ SKM ਨੇ ਕਾਲ 'ਤੇ ਛਾਣਬੀਣ ਕੀਤੀ ਗਈ ਤਾਂ ਉਹ ਇੱਕ ਪਿੰਡ ਦੀ ਪੰਚਾਇਤ ਦਾ ਮਤਾ ਪਾਸ ਕੀਤਾ ਹੋਇਆ ਸੀ ਵੀ ਕੋਈ ਜ਼ਮੀਨ ਜਿਹੜੇ ਪਿੰਡ 'ਚ ਵਾਹ ਨਹੀਂ ਸਕਦਾ। ਤਾਂ ਪਿੰਡ ਦੀ ਗੱਲ ਆਪਾਂ ਉਹਦੇ 'ਚ SKM ਕੋਈ ਰੂਲ ਆਊਟ ਨਹੀਂ ਕਰ ਸਕਦੀ, ਪਰ ਜੇ ਕੋਈ ਆਪਾਂ ਇਹੋ ਜਿਹੇ ਅਟੈਕ ਨੂੰ ਚੰਗਾ ਕਹੀਏ ਉਹ ਵੀ ਚੰਗਾ ਨਹੀਂ ਹੈ। ਕਦੇ ਸਭ ਗੱਲ ਇਹ ਹੋਈ ਨਾ ਕਿ ਉਹ ਭਾਵੇਂ ਗੱਲ ਪੰਚਾਇਤ 'ਤੇ ਨਿਕਲੀ ਹੈ, ਪੰਚਾਇਤ ਵਾਲੀ ਗੱਲ ਇੰਨੀ ਹਾਈਲਾਈਟ ਨਹੀਂ ਹੋਈ ਜਿੰਨੀ ਹਾਈਲਾਈਟ ਇਹ ਹੋ ਗਈ ਕਿ ਕਿਸਾਨਾਂ ਨੇ ਉਹਦੀ ਜ਼ਮੀਨ ਵਾਹ ਦਿੱਤੀ ਔਰ ਉਹ ਗੱਲ ਸਾਰੀ ਜੁੜ ਗਈ ਕਿਸਾਨ ਸੰਘਰਸ਼ ਦੇ ਨਾਲ। ਬਿਲਕੁਲ ਉਸ ਕਿਸਾਨ ਸੰਘਰਸ਼ ਨੂੰ ਹੀ ਪੰਚਾਇਤ ਨੇ ਤਾਂ ਫੈਸਲਾ ਕੀਤਾ ਹੋਇਆ ਸੀਗਾ। ਜਦੋਂ ਕਿਸਾਨ ਸੰਘਰਸ਼ ਦੇ ਨਾਲ ਜੁੜਦੀ ਹੈ ਤਾਂ ਉਹਦੀ ਨੈਗੇਟਿਵਿਟੀ ਆਉਂਦੀ ਹੈ ਜੀ ਵੀ ਜਿਹੜਾ ਇਹਨਾਂ ਨੇ ਕਾਲ ਆ ਕੀ ਇਹ ਹਿੰਸਕ ਕਾਲ ਦਿੱਤੀ ਹੋਈ ਆ, ਕੀ ਇਹ ਪਰਸਨਲ ਪ੍ਰੋਪਰਟੀਜ਼ ਦੇ ਉੱਤੇ ਅਟੈਕ ਦੀ ਕਾਲ ਦਿੱਤੀ ਹੋਈ ਹੈ। ਇਸ ਤਰੀਕੇ ਨਾਲ ਇਹ ਕਾਲ ਨਹੀਂ ਦਿੱਤੀ ਹੋਈ, ਇੱਕ ਸਾਫ਼ ਸੁਥਰੇ ਸ਼ਬਦਾਂ ਨਾਲ ਦਿੱਤੀ ਹੋਈ ਆ। ਦੁਆਰਾ ਜਿਹੜੀ ਹੁਣ ਪਿੱਛੇ PCOK ਹਟੀ ਆ ਉਹਦੇ ਰਾਜੇਵਾਲ ਸਾਹਿਬ ਨੇ ਕਲੀਅਰ ਕਰਤਾ ਸੀ ਵੀ BJP ਦਾ ਵਿਰੋਧ ਆ, ਹਿੰਸਕ ਨਹੀਂ ਹੋਣਾ, ਸ਼ਾਂਤੀਪੂਰਨ ਤਰੀਕੇ ਨਾਲ ਕਰਨਾ। ਜੇ ਸੜਕਾਂ 'ਤੇ ਜੇ ਦਫ਼ਤਰ 'ਚ ਕਿਤੇ ਆਉਂਦੇ ਆ, ਦਫ਼ਤਰ ਦੇ ਬਾਹਰ ਸੜਕ ਦੇ ਸਾਈਡ 'ਤੇ ਖੜ੍ਹ ਕੇ ਕਾਲੇ ਝੰਡੇ ਲਾ ਕੇ ਆਪਾਂ ਵਿਰੋਧ ਕਰਨਾ ਉਹਨਾਂ ਦਾ, ਕਿਉਂਕਿ ਆਪਾਂ ਪ੍ਰਦਰਸ਼ਨ ਕਰ ਰਹੇ ਹਾਂ, ਆਪਾਂ ਇੱਕ ਪ੍ਰੋਟੈਸਟ ਕਰ ਰਹੇ ਹਾਂ। ਜਿਹੜੀ ਮੰਗਾਂ ਨੇ ਆਪਣੀਆਂ ਫਿਰ ਆਪਾਂ ਭੁੱਲ ਜਾਂਦੇ ਹਾਂ ਪ੍ਰੋਟੈਸਟ ਕਰਦੇ ਵੀ 3 ਕਾਨੂੰਨ ਜਿਹੜੇ ਰਿਪੀਲ ਕਰਾਉਣੇ ਆ ਅਤੇ MSP ਲੈਣੀ ਆ ਆਪਾਂ 23 ਫਸਲਾਂ ਦੇ ਉੱਤੇ। ਉਹ 23 ਦੇ 23 ਤੇ ਪੂਰੇ ਇੰਡੀਆ ਵਾਸਤੇ ਆਪਾਂ ਉਹ ਲੜਾਈ ਲੜ ਰਹੇ ਹਾਂ ਅਤੇ ਜੇ ਲੜਾਈ ਪੀਸਫੁਲ ਹੋਊਗੀ ਤਾਂ ਆਪਾਂ ਜਿੱਤ ਪ੍ਰਾਪਤ ਕਰਾਂਗੇ। ਜਿੱਥੇ ਜਦੋਂ ਵੀ ਕਿਸੇ ਵੀ ਪ੍ਰੋਟੈਸਟ ਦੇ ਵਿੱਚ ਹਿੰਸਾ ਆਈ ਆ ਤਾਂ ਉਹ ਫਰੂਟਫੁਲ ਨਤੀਜੇ ਨਹੀਂ ਲੈ ਸਕਿਆ ਉਹ ਪ੍ਰੋਟੈਸਟ। ਜੇ ਆਪਾਂ ਅੱਗੇ ਤੋਂ ਤੁਹਾਡੇ ਮਾਧਿਅਮ ਤੋਂ ਵੀ ਕਹਿੰਦੇ ਜੇ ਅੱਗੇ ਤੋਂ ਵੀ ਕਿਤੇ ਹਿੰਸਕ ਹੁੰਦੇ ਆ ਤਾਂ ਸਮਝ ਲਓ ਵੀ ਆਪਾਂ ਨੂੰ ਪ੍ਰਵੋਕ ਕੀਤਾ ਜਾ ਰਿਹਾ ਅਤੇ ਆਪਣੇ ਹੀ ਇੱਕ ਅੰਦੋਲਨ ਜਿਹੜਾ ਇੱਕ ਜਨ ਅੰਦੋਲਨ ਬਣ ਚੁੱਕਿਆ, ਕਿਉਂਕਿ ਖਾਣਾ ਹਰੇਕ ਨੇ ਖਾਣਾ। ਜੇ ਅੱਜ 20-30 ਰੁਪਏ 'ਚ ਆਟਾ ਮਿਲਦਾ, 150 ਰੁਪਏ 'ਚ ਕੋਈ ਖਾਣ ਨੂੰ ਤਿਆਰ ਨਹੀਂ ਕਾਰਪੋਰੇਟ ਘਰਾਣਿਆਂ ਦਾ, ਤਾਂ ਘੱਟੋ ਘੱਟ ਜਿਹਨੇ ਵੀ ਸਸਤਾ ਸਮਾਨ ਖਾਣਾ ਜੇ ਫਾਰਮਰ ਨੇ ਸੇਲ ਕਰਨੀ ਆ ਤਾਂ ਉਹਨਾਂ ਦਾ ਆਪ ਦਾ ਪ੍ਰੋਟੈਸਟ ਆ। ਆਪ ਦੇ ਪ੍ਰੋਟੈਸਟ ਨੂੰ ਤੁਸੀਂ ਬਚਾਓ। ਇਸ ਤਰੀਕੇ ਨਾਲ ਹਿੰਸਕ ਘਟਨਾਵਾਂ ਜਿੰਨੀਆਂ ਆਪਾਂ ਕਰਾਂਗੇ ਉਨਾ ਹੀ ਨੈਗੇਟਿਵਿਟੀ ਇੱਕ ਸਾਹਮਣੇ ਆਉਂਦੀ ਆ ਅਤੇ ਇੱਕ ਬਹੁਤ ਵੱਡਾ ਇੱਕ ਵਰਗ ਤੁਹਾਡੇ ਅਗੇਂਸਟ ਆ ਕੇ ਖੜ੍ਹ ਸਕਦਾ ਵੀ ਇਹ ਕਿਸਾਨ ਜਿਹੜਾ ਮੋਰਚਾ ਇਹ ਸਹੀ ਦਿਸ਼ਾ ਨਹੀਂ ਦੇ ਰਿਹਾ। ਪਹਿਲਾਂ ਰਾਕੇਸ਼ ਟਕੈਤ ਹੋਣਾ ਨੇ ਵੀ ਆਪਣੇ ਇੱਕ ਭਾਸ਼ਣ ਦੇ ਵਿੱਚ ਗੱਲ ਕੀਤੀ ਸੀ ਅਤੇ ਹੁਣ ਗੁਰਨਾਮ ਸਿੰਘ ਚੜੂਨੀ ਹੋਣੀ ਬੜੇ ਵੋਕਲ ਹੋ ਕੇ ਉਹਨਾਂ ਨੇ ਸਟੇਜ ਦੇ ਉੱਤੋਂ ਗੱਲ ਕੀਤੀ। ਪੰਜਾਬ 'ਚ ਵੀ ਬਿਆਨ ਦਿੱਤਾ ਉਹਨਾਂ ਨੇ, ਹਰਿਆਣੇ 'ਚ ਵੀ ਦਿੱਤਾ ਕਿ ਕਿਸਾਨਾਂ ਨੂੰ ਮਿਸ਼ਨ ਜਿਹੜਾ ਉਹ UP ਨਹੀਂ ਰੱਖਣਾ ਚਾਹੀਦਾ, ਉਹ ਮਿਸ਼ਨ ਪੰਜਾਬ ਰੱਖਣਾ ਚਾਹੀਦਾ, ਜਿਹਦੇ ਵਿੱਚ ਸਪਸ਼ਟ ਕਰਤਾ ਉਹਨਾਂ ਕਿ ਕਿਸਾਨਾਂ ਨੂੰ ਆਪਣੀ ਸਰਕਾਰ ਬਣਾਉਣ ਲਈ ਇਲੈਕਸ਼ਨਾਂ ਲੜਨੀਆਂ ਚਾਹੀਦੀਆਂ, ਰਾਜਨੀਤੀ ਵਿੱਚ ਆਉਣੀਆਂ ਚਾਹੀਦੀਆਂ ਨੇ। ਕਿਉਂਕਿ ਚੜੂਨੀ ਸਾਹਿਬ ਇਸ ਵਕਤ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਹੋਏ ਆ। ਉਹਨਾਂ ਵੱਲੋਂ ਦਿੱਤਾ ਕੋਈ ਵੀ, ਚਾਹੇ ਉਹਨਾਂ ਦੀ ਆਪਣੀ ਹੀ ਵਿਚਾਰਧਾਰਾ ਹੋਵੇ, ਉਹ ਸਮਝਿਆ ਜਾਂਦਾ ਹੈ ਕਿ ਸ਼ਾਇਦ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹਨਾਂ ਨੂੰ ਇੱਕ ਟੈਸਟ ਕਰਨ ਵਾਸਤੇ ਜੋ ਬਿਆਨ ਦਵਾਇਆ ਗਿਆ, ਉਹਦੇ ਉੱਤੇ ਕਿਸਾਨ ਮੋਰਚੇ ਨੇ 7 ਦਿਨਾਂ ਲਈ ਉਹਨਾਂ ਨੂੰ ਬੈਨ ਕੀਤਾ ਕਿ ਉਹ ਸਟੇਜ 'ਤੇ ਨਹੀਂ ਆ ਸਕਣਗੇ। ਉਹਨਾਂ ਨਾਲ ਗੱਲ ਹੋਈ ਹੈ ਕੋਈ, ਉਹ ਕੀ ਕਹਿੰਦੇ ਨੇ ਇਹਦੇ ਬਾਰੇ ਸਪਸ਼ਟੀਕਰਨ ਜਿਹੜਾ ਉਹ ਕੀ ਹੈ ਮੋਰਚੇ ਦਾ? ਇੱਕ ਤਾਂ ਸਾਡਾ ਜੀ ਦੇਖੋ ਇਹ ਜਿਹੜਾ ਇੰਟਰਨਲ ਮਾਮਲਾ ਸਾਡੇ SKM ਦਾ, ਸਾਡੇ ਭਰਾ ਮਾਰੋ ਇਸ ਆਪਸ 'ਚ ਅਸੀਂ ਡਿਸਕਸ਼ਨ ਕਰਦੇ ਹਾਂ, ਜੇ ਸਜ਼ਾਵਾਂ ਨਿੱਕੀਆਂ ਮੁੱਟੀ ਦਿੰਦੇ ਹਾਂ ਅਤੇ ਆਪਸ 'ਚ ਦੇ ਦਿੰਦੇ ਹਾਂ। ਅਤੇ ਚੜੂਨੀ ਸਾਹਿਬ ਨੇ ਵੀ ਬਾਹਰ ਆ ਕੇ ਕਿਹਾ ਵੀ ਮੈਂ SKM ਨਾਲ ਪੱਕਾ ਖੜਾ ਅਤੇ ਖੜਾ ਰਹੂੰਗਾ ਜਦ ਤੱਕ ਇਹ 3 ਕਾਨੂੰਨ ਵਾਪਸ ਨਹੀਂ ਹੁੰਦੇ ਅਤੇ MSP ਨਹੀਂ ਬਣਦੀ, ਅਸੀਂ ਇਹ SKM ਨੂੰ ਜਿੱਤ ਪ੍ਰਾਪਤ ਕਰਨ ਲਈ ਲੜਾਂਗੇ। ਅਤੇ ਰਹਿੰਦੀ ਗੱਲ ਆ ਉਹਨਾਂ ਦੇ ਬਿਆਨ ਦੀ, ਉਹ ਉਹਨਾਂ ਨੇ ਨਿੱਜੀ ਬਿਆਨ ਦਿੱਤਾ। ਸਜ਼ਾ ਵੀ ਉਹਨਾਂ ਨੂੰ ਤਾਂ ਹੀ ਮਿਲੀ ਆ ਵੀ ਇੱਕ ਨਾ ਜਦੋਂ ਸਾਂਝ ਕਰਦੇ ਹਾਂ ਕਿਸੇ ਨਾਲ, ਆਪਾਂ ਜੇ ਵਪਾਰ ਵੀ ਆਪਾਂ ਸਾਂਝ ਕਰਦੇ ਹਾਂ ਉਹਦੇ ਹਰ ਚੀਜ਼ ਲਿਖੀ ਨਹੀਂ ਜਾ ਸਕਦੀ ਹੁੰਦੀ, ਕੁਛ ਚੀਜ਼ ਨੈਚੁਰਲੀ ਹੁੰਦੀ ਆ ਵੀ ਜੇ ਆਪਾਂ ਸਾਂਝਾ ਕੰਮ ਕਰਦੇ ਹਾਂ ਤਾਂ ਆਪਾਂ ਇਕੱਠੇ ਕੰਮ ਕਰਾਂਗੇ, ਇਕੱਠੇ ਘਰੋਂ ਜਾਵਾਂਗੇ, ਇਕੱਠੇ ਵਾਪਸ ਆਵਾਂਗੇ, ਉਹਦੀ ਪੂਰੀ ਮਿਹਨਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਇੱਕ ਸਾਂਝ ਦੇ ਵਿੱਚ ਇਹ ਵੀ ਆ ਵੀ ਜੇ ਤੁਸੀਂ ਬਿਆਨ ਦਿੰਦੇ ਹੋ, ਤੁਸੀਂ SKM ਨੂੰ ਰੱਖ ਕੇ ਉਹਨੂੰ ਧਿਆਨ 'ਚ ਰੱਖ ਕੇ ਬਿਆਨ ਦੇਣਾ ਹੁੰਦਾ। ਜਿਹੜੀ ਨਿੱਜ ਆ ਜਾਂ ਕਹਿ ਲਓ ਮੇਰੀ ਜਥੇਬੰਦੀ ਅਲੱਗ ਆ, ਮੈਂ ਆਪਣੀ ਜਥੇਬੰਦੀ ਦਾ ਅੱਜ ਬਿਆਨ ਜਾਰੀ ਕਰਦਾ, ਉਹ ਵੀ ਗਲਤ ਹੋਊਗਾ, ਕਿਉਂਕਿ ਅੱਜ ਅਸੀਂ 32 ਜਥੇਬੰਦੀਆਂ ਇਕੱਠੀਆਂ ਰਲ ਕੇ ਮਿਨੀਮਮ ਪ੍ਰੋਗਰਾਮ 'ਤੇ ਲੜ ਰਹੀਆਂ ਵਾ। ਸਾਡੀ ਆਈਡੀਓਲੋਜੀ ਅਲੱਗ-ਅਲੱਗ ਹੋ ਸਕਦੀ ਹੈ, ਸਾਡਾ ਸਿਸਟਮ ਅਲੱਗ-ਅਲੱਗ ਹੋ ਸਕਦਾ, ਕਿਸੇ ਦਾ ਸਿਸਟਮ
ਅਟੈਕਿੰਗ ਹੋ ਸਕਦਾ, ਕਿਸੇ ਦਾ ਡਿਫੈਂਡਿੰਗ ਹੋ ਸਕਦਾ, ਕਿਸੇ ਦਾ ਸ਼ਾਂਤਮਈ ਤਰੀਕੇ ਨਾਲ ਕੰਮ ਕਰ ਸਕਦਾ। ਇਸ ਕਰਕੇ ਉਸ ਨੂੰ ਆਪਾਂ ਇੱਕ ਸੰਮੇਲਨ 'ਚ ਜਦ ਸੰਯੁਕਤ ਬਣ ਚੁੱਕਿਆ, ਮੋਰਚਾ ਬਣ ਚੁੱਕਿਆ, ਮੋਰਚੇ ਦੀ ਦਿਸ਼ਾ ਵਾਸਤੇ ਇਹ ਗੱਲ ਗਲਤ ਸੀ, ਤਾਂ ਹੀ ਉਹਨਾਂ ਨੂੰ ਸਜ਼ਾ ਮਿਲੀ। ਇੱਕ ਹੋਰ ਮੇਰੇ ਮਨ 'ਚ ਸਵਾਲ ਆ ਰਿਹਾ, ਜਿਹੜੀ ਚੰਡੀਗੜ੍ਹ ਘਟਨਾ ਵਾਪਰੀ ਹੈ ਜਿਹਦੇ ਵਿੱਚ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਔਰ ਉਹਦੇ ਵਿੱਚ ਇੱਕ ਘਟਨਾ ਵਾਪਰੀ ਆਈ ਹੈ ਸਾਹਮਣੇ ਕਿ ਇੱਕ ਬੱਚੇ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੋਇਆ ਅਤੇ ਉਹ ਬੱਚਾ ਸੀਟ ਦੇ ਉੱਤੇ ਬੈਠਾ ਬੱਸ ਦੇ। ਇਸ ਤਰ੍ਹਾਂ ਦੀ ਵੀਡੀਓ ਸਾਹਮਣੇ ਹੈ ਕਿ ਪੁਲਿਸ ਵਾਲਾ ਉਹਨੂੰ ਕਹਿ ਰਿਹਾ ਕਿ ਥੱਲੇ ਉਤਰ, ਉਹ ਉਤਰ ਨਹੀਂ ਰਿਹਾ, ਜਦੋਂ ਕਿ ਪੁਲਿਸ ਨੇ ਇਸ ਗੱਲ 'ਤੇ ਡਿਨਾਈ ਕੀਤਾ ਕਿ ਅਸੀਂ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕੀਤਾ। ਪਰ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਇਸ ਢੰਗ ਨਾਲ ਕੀਤਾ ਗਿਆ ਕਿ ਪੁਲਿਸ ਨੇ ਬੱਚਿਆਂ ਨੂੰ ਵੀ ਛੱਡਿਆ ਨਹੀਂ ਹੈਗਾ। ਇਹਦੇ ਉੱਤੇ ਕੀ ਤੁਹਾਨੂੰ ਲੱਗਦਾ ਹੈ ਕਿ ਯੂਨੀਅਨ ਵੱਲੋਂ ਕੋਈ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਕਿ ਉਹ ਪਲਾਨ ਢੰਗ ਨਾਲ ਕੀਤਾ ਗਿਆ ਹੈ? ਕਿਉਂਕਿ ਉਹ ਵੀਡੀਓ ਬਿਲਕੁਲ ਸਪਸ਼ਟ ਦੱਸ ਰਹੀ ਹੈ ਕਿ ਪੁਲਿਸ ਵਾਲਾ ਉਹਨੂੰ ਥੱਲੇ ਉਤਾਰ ਰਿਹਾ, ਸੋਸ਼ਲ ਮੀਡੀਆ 'ਤੇ ਬਾਅਦ ਉਹਨੂੰ ਪ੍ਰੋਜੈਕਟ ਹੋਰ ਢੰਗ ਨਾਲ ਕੀਤਾ ਗਿਆ। ਦੇਖੋ ਗੱਲ ਇਹ ਆ ਵੀ ਜਦੋਂ ਆਪਾਂ ਇਹਨੂੰ ਅੰਦੋਲਨ ਨੂੰ, ਕਿਸਾਨ ਅੰਦੋਲਨ ਨੂੰ ਛੱਡ ਕੇ ਆਪਾਂ ਇਹਨੂੰ ਜਾਂ ਜਨ ਅੰਦੋਲਨ ਕਹਿ ਤਾ, ਤਾਂ ਇਹ 'ਚ ਬੱਚਾ ਆਪਣੀ ਲੜਾਈ ਲੜ ਰਿਹਾ। ਅਤੇ ਜਦੋਂ ਉਹ ਕਿਤੇ BJP ਨਿਕਲਦੇ ਸੀ ਉੱਥੋਂ ਕਾਰਾਂ, ਅਤੇ ਉੱਥੇ ਸਾਰਾ ਇਕੱਠ ਹੋਇਆ ਸੀ, ਤਾਂ ਉਹਦਾ ਵਿਰੋਧ ਕਰ ਰਹੇ ਸੀ। ਵਿਰੋਧ ਕਰਦੇ ਜਦੋਂ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪੁਲਿਸ ਦੇ ਵਿੱਚ, ਉਹਦੀ ਜਿਹੜੀ ਫੜਨ ਵਾਲੀ ਵੈਨ ਆਈ ਸੀ, ਬੱਚਾ ਵੀ ਉੱਪਰ ਚੜ੍ਹ ਗਿਆ। ਉਹਦੇ 'ਚ ਤਾਂ ਮੈਂ ਤਾਂ ਇਹੀ ਕਹੂੰਗਾ ਵੀ ਬੱਚੇ ਦਾ ਜੋਸ਼ ਉਹ 'ਚ ਦੱਸ ਰਿਹਾ, ਵੀ ਚੜ੍ਹਦੀ ਕਲਾ ਦੱਸ ਰਹੀ ਆ ਵੀ ਉਹ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਹਰ ਅੰਦੋਲਨ ਲੜਨ ਦੇ ਨਾਲ ਵੱਡਿਆਂ ਦੇ ਨਾਲ 13 ਸਾਲ ਦਾ ਬੱਚਾ ਵੀ ਪੂਰਾ ਆਪ ਦਾ ਜੋਸ਼ ਦਿਖਾ ਰਿਹਾ ਵੀ ਜੇ ਮੈਨੂੰ ਵੀ ਕੱਲ੍ਹ ਨੂੰ ਜੇਲ੍ਹ ਜਾਣਾ ਪਵੇ ਤਾਂ ਮੈਂ ਵੀ ਤਿਆਰ ਹਾਂ। ਜੀ, ਹੁਣ ਅਖੀਰ ਦੇ ਵਿੱਚ ਇਹਨਾਂ ਕਾਨੂੰਨਾਂ ਬਾਰੇ ਗੱਲ ਤਾਂ ਬਹੁਤ ਹੋ ਚੁੱਕੀ ਹੈ, ਇਹਨਾਂ ਦੀਆਂ ਵੱਖ-ਵੱਖ ਮੱਦਾਂ ਬਾਰੇ ਜਿਹੜਾ ਡਿਸਕਸ ਹੋ ਚੁੱਕਿਆ ਹੋਇਆ, ਪਰ ਆਮ ਥਾਂ 'ਤੇ ਜਦੋਂ ਲੋਕ ਸਿਰ ਜੋੜ ਕੇ ਬੈਠਦੇ ਆ, ਡਰਾਇੰਗ ਰੂਮ 'ਚ ਬੈਠਦੇ ਆ, ਕਿਤੇ ਹੋਰ ਸਮਾਗਮ 'ਤੇ ਬੈਠਦੇ ਆ, ਤਾਂ ਇੱਕ ਗੱਲ ਹੋਈ ਹੁੰਦੀ ਹੈ ਕਿ ਜਦੋਂ ਸਰਕਾਰ ਨੈਗੋਸ਼ੀਏਸ਼ਨ ਲਈ ਜਥੇਬੰਦੀਆਂ ਨੂੰ ਬੁਲਾਉਂਦੀ ਹੈ ਤਾਂ ਗੱਲਬਾਤ ਕਰਨ ਦਾ ਮਤਲਬ ਇਹ ਹੁੰਦਾ ਕਿ ਗੱਲਬਾਤ ਰਾਹੀਂ ਮਸਲੇ ਦਾ ਹੱਲ ਨਿਕਲ ਆਵੇਗਾ। ਅਤੇ ਉੱਥੇ ਇਹ ਵੀ ਬੜਾ ਨਿਸ਼ਚਿਤ ਹੁੰਦਾ ਹੈ ਕਿ ਸਾਨੂੰ ਕੁਝ ਛੱਡਣਾ ਪੈਂਦਾ, ਕੁਝ ਦੂਸਰੀ ਧਿਰ ਨੂੰ ਛੱਡਣਾ ਪੈਂਦਾ, ਅਤੇ ਕਿਤੇ ਇੱਕ ਥਾਂ 'ਤੇ ਨਿਸ਼ਚਿਤ ਹੋਣਾ ਪੈਂਦਾ। ਲੇਕਿਨ ਕਿਉਂਕਿ ਜਥੇਬੰਦੀਆਂ ਇਸ ਗੱਲ 'ਤੇ ਕਹਿੰਦੀਆਂ ਕਿ ਅਸੀਂ ਕਾਨੂੰਨ ਰਿਪੀਲ ਕਰਾਉਣੇ ਆ, ਰੱਦ ਕਰਾਉਣੇ ਆ। ਸਾਡੇ ਨਾਲ ਪਿਛਲੇ ਦਿਨਾਂ ਦੇ ਵਿੱਚ ਹਰਜੀਤ ਗਰੇਵਾਲ ਹੋਣਾ ਦੀ ਇੱਕ ਮੁਲਾਕਾਤ ਹੋਈ। ਉਹਨਾਂ ਨੇ ਮੁਲਾਕਾਤ ਦੇ ਦੌਰਾਨ ਇਹ ਗੱਲ ਕਹੀ। ਅਸੀਂ ਉਹਨਾਂ ਨੂੰ ਕਿਹਾ ਕਿ ਕੀ ਸਰਕਾਰ ਜ਼ਿੱਦ ਕਰ ਰਹੀ ਹੈ ਕਿ ਉਹਨਾਂ ਨੇ ਰੱਦ ਨਹੀਂ ਕਰਨੇ, ਜਾਂ ਉਹਨਾਂ ਨੂੰ ਲੱਗਦਾ ਕਿ ਹੋ ਸਕਦੇ ਆ। ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਕੀ ਇੰਝ ਸੰਭਵ ਨਹੀਂ ਕਿ ਸਿਰਫ ਟਾਈਟਲ ਰੱਖ ਲਏ ਜਾਣ ਅਤੇ ਬਾਕੀ ਸਭ ਕੁਝ ਜੋ ਕਿਸਾਨ ਚਾਹੁੰਦੇ ਆ ਉਹ ਉਹਦੇ ਵਿੱਚ ਸ਼ਾਮਲ ਕਰ ਦਿੱਤਾ ਜਾਵੇ। ਤਾਂ ਉਹਨਾਂ ਨੇ ਕੈਮਰੇ ਦੇ ਉੱਤੇ ਗੱਲ ਕਹੀ ਇਹ ਕਿ ਮੈਂ ਇਹ ਗੱਲ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਸੀਂ ਕਿਸਾਨਾਂ ਨੂੰ ਮਨਾ ਲਓ, ਅਸੀਂ ਤਿਆਰ ਹਾਂ ਕਿ ਉਹ ਰੱਦ ਕਰਨ ਵਾਲਾ ਜਿਹੜਾ ਉਹ ਨਾ ਕਰਨ। ਕੀ ਕੁਝ ਲੈ ਦੇ ਕੇ ਇਹਦੇ ਵਿੱਚ ਕੁਝ ਸੰਭਾਵਨਾ ਹੈਗੀ ਹੈ ਕਿਸੇ ਲੈਵਲ 'ਤੇ ਕਿ ਜੀ ਬੈਠ ਕੇ ਤਾਂ ਕਿ ਸਰਕਾਰ ਦੀ ਵੀ ਰਹਿ ਜਾਵੇ ਅਤੇ ਜੋ ਕਿਸਾਨ ਆਪਣੇ ਮੁੱਦੇ ਨੂੰ ਲੈ ਕੇ ਗਏ ਆ ਉਹਨਾਂ ਦੀ ਤਾਂ ਉਹ ਜਿਹੜੀ ਆ ਉਹ ਮੰਗ ਪੂਰੀ ਹੋ ਜਾਵੇ? ਜਿਹੜੀ ਗੱਲ ਤੁਸੀਂ ਪੁੱਛ ਰਹੇ ਹੋ, ਜੇ ਮੈਂ ਠੇਠ ਪੰਜਾਬੀ 'ਚ ਇਹਨੂੰ ਗੱਲ ਦੱਸਾਂ ਤਾਂ ਗੱਲ ਸ਼ਹੇ ਦੀ ਨਹੀਂ, ਗੱਲ ਪਹੇ ਦੀ ਆ। ਗੱਲ ਸ਼ੇਹਾ ਨਹੀਂ ਫੜਨਾ ਸੀ ਜੀ, ਜਿਹੜਾ ਤੁਸੀਂ ਫੜਾਉਣਾ ਚਾਹੁੰਦੇ ਹੋ ਵੀ ਚੇਂਜ ਕਰਾ ਲਓ, ਨਵੇਂ ਆਪਣੇ ਨੋਰਮਸ ਲਿਆ ਸਕਦੇ ਹਾਂ, ਆਪਾਂ ਫਾਰਮਿੰਗ ਨੋਰਮਸ ਕਰ ਸਕਦੇ ਹਾਂ ਜੀ। ਗੱਲ ਪਹੇ ਦੀ ਆ ਵੀ ਜਿਹੜੇ ਰੂਲਸ ਬਣਾਉਣ ਦਾ ਹੱਕ ਹੀ ਸੈਂਟਰ ਨੂੰ ਹੈ ਨਹੀਂ, ਉਹ ਸਟੇਟ ਤੋਂ ਕਿਵੇਂ ਖੋਲ੍ਹਣ। ਜਿਹੜਾ ਫੈਡਰਲ ਸਿਸਟਮ ਆਪਾਂ ਪਿਛਲੇ ਕਈ ਦਹਾਕਿਆਂ 'ਚ ਆਪਣਾ ਉਹ ਰੌਲਾ ਪਿਆ ਰਿਹਾ, ਆਪਾਂ ਨੂੰ ਇਹ ਵੀ ਕਿਹਾ ਗਿਆ ਕਈ ਵਾਰੀ ਵੀ ਇਹ ਹੋਮਲੈਂਡ ਮੰਗ ਰਹੇ ਨੇ। ਫੈਡਰਲ ਸਟਰਕਚਰ ਬਚਾਉਣ ਪਿੱਛੇ ਲੜਾਈ ਸ਼ੁਰੂ ਹੋਈ ਅਤੇ ਹੋਮਲੈਂਡ ਤੱਕ ਪਹੁੰਚ ਗਈ ਜੀ। ਹੋਮਲੈਂਡ ਤੱਕ ਉਹ ਸਟਰਕਚਰ ਪਹੁੰਚਣਗੇ ਜਦੋਂ ਤੁਹਾਡੇ ਫੈਡਰਲ ਸਟਰਕਚਰ ਨੂੰ ਬ੍ਰੇਕ ਕੀਤਾ ਜਾਊ, ਤੁਹਾਡੇ 'ਤੇ ਓਵਰਰੂਲਡ ਕੀਤਾ ਜਾਊਗਾ। ਸੈਂਟਰ ਸਰਕਾਰ ਉਹਨੂੰ ਓਵਰਰੂਲਡ ਕਰਕੇ ਜਿਹੜੇ ਕੌਂਸਟੀਟਿਊਸ਼ਨ ਸਾਡੇ ਹੱਕ ਰੱਖੇ ਆ ਸਟੇਟਸ ਨੇ, ਸਾਰੀਆਂ ਸਟੇਟਸ ਦੇ ਹੱਕ ਰੱਖੇ ਹੋਏ ਆ, ਤਾਂ ਹੀ ਬਾਕੀ ਸਟੇਟਸ ਆਪਣੇ ਨਾਲ ਅੱਗੇ ਆਈਆਂ ਨੇ। ਜਦੋਂ ਇਹ ਜਿਹੜੀ ਐਗਰੀਕਲਚਰ ਪ੍ਰੋਸੈਸ ਕਰਨੀ ਵਾਲੀ ਚੀਜ਼ ਆ ਉਹ ਤਾਂ ਹੈਗੀ ਸੈਂਟਰਲ ਦੇ ਹੱਥ। ਜਿਹੜਾ ਫੂਡ ਆ ਸਿੱਧਾ ਜਿਹੜਾ ਪੈਦਾ ਹੁੰਦਾ ਐਗਰੀਕਲਚਰ 'ਚੋਂ, ਮਾਰਕੀਟਿੰਗ ਸਟੇਟ ਦੇ ਹੱਕ 'ਚ। ਤਾਂ ਜੇ APMC ਮੰਡੀ ਉਡਾ ਕੇ ਓਪਨ ਮੰਡੀ ਬਣਾ ਰਹੇ ਆ, ਕੰਟਰੈਕਟ ਫਾਰਮਿੰਗ ਕਰ ਰਹੇ ਆ, ਬੇਸ਼ੱਕ ਉਹ ਕੰਟਰੈਕਟ ਫਾਰਮਸ ਨਾਲ ਆ, ਪਰ ਬੇਸ਼ੱਕ ਉਹ ਕੰਟਰੈਕਟਸ ਫਸਲਾਂ ਦਾ ਵਾ, ਦੋਨੇ ਲਾਜ਼ ਦੇ ਵਿੱਚ ਤੁਸੀਂ ਓਵਰਰੂਲਡ ਕਰ ਰਹੇ ਹੋ। ਜੇ ਤੁਸੀਂ ਅੱਜ ਉਹਨਾਂ ਨੂੰ ਉਹੀ ਨਾਮ ਦੇ ਕੇ ਸਾਰਾ ਕੁਝ ਚੇਂਜ ਕਰਾ ਲਓ, ਪਰ ਓਵਰਰੂਲਡ ਤਾਂ ਕਰਕੇ ਨਾ ਫੈਡਰਲ ਢਾਂਚਾ ਤਾਂ ਤੋੜ ਗਏ। ਨਹੀਂ, ਗੱਲ ਫੈਡਰਲ ਢਾਂਚੇ ਦੀ ਇਸ ਟਾਈਮ ਕਿ ਕਿਸਾਨਾਂ ਦੇ ਨਾਲ ਜੋ ਜ਼ਬਰਦਸਤੀ ਕਾਨੂੰਨ ਥੋਪੇ ਜਾ ਰਹੇ ਉਹਨਾਂ ਦੀ ਹੈ, ਕਿਉਂਕਿ ਫੈਡਰਲ ਵਾਲਾ ਸਿਸਟਮ ਵੱਖਰਾ ਹੈ। ਜੇਕਰ ਕਿਸਾਨਾਂ ਦੀ ਗੱਲ ਕੇਂਦਰ ਮੰਨ ਲੈਂਦਾ ਹੈ ਕਿ ਠੀਕ ਹੈ ਜੀ ਤੁਸੀਂ ਆਪਣਾ ਸਾਨੂੰ ਏਜੰਡਾ ਦੇ ਦਿਓ, ਅਸੀਂ ਸਾਰਾ ਕੁਝ ਇਹਦੇ 'ਚ ਸ਼ਾਮਲ ਕਰ ਲੈਂਦੇ ਹਾਂ, ਟਾਈਟਲ ਉਹੀ ਰੱਖ ਲਓ ਅਤੇ ਵਿੱਚ ਤੁਸੀਂ ਟੈਕਸਟ ਬਣਾ ਕੇ ਦੇ ਦਿਓ, ਅਸੀਂ ਉਹ ਲਾਗੂ ਕਰ ਦਿੰਦੇ ਹਾਂ, ਤੁਹਾਡੀ ਵੀ ਰਹਿ ਗਈ ਸਾਡੀ ਵੀ ਰਹਿ ਗਈ।
ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਕਿਸਾਨਾਂ ਨੇ ਪਹਿਲਾਂ ਫੈਡਰਲ ਢਾਂਚੇ ਦੀ ਗੱਲਾਂ ਹੁੰਦੀ ਰਹੀਆਂ, ਜੀ ਫੈਡਰਲ ਢਾਂਚੇ ਤੇ ਬਹੁਤ ਕੁਝ ਹੁੰਦਾ, ਪਰ ਅੱਜ ਸਾਡੀ ਫਾਰਮਿੰਗ ਤੇ ਆ ਗਈ ਜਿਹੜੀ ਫੈਡਰਲ ਢਾਂਚੇ ਸਾਡੀ ਫਾਰਮਿੰਗ ਦਾ ਹੱਕ ਦਿੱਤਾ ਹੋਇਆ, ਉਹ ਸਾਡੇ ਦੋ ਜਿਹੜੇ ਅਲਾਅ ਬਣਾ ਕੇ ਉਹਦੇ ਓਵਰਰੂਲਡ ਕੀਤੇ ਜਾ ਰਹੇ ਆ। ਅਸੀਂ ਪਹਿਲਾਂ ਜਿਹੜਾ ਹੱਕ ਸਟੇਟ ਨੂੰ ਮਿਲਿਆ ਹੋਇਆ ਅਸੀਂ ਸਟੇਟ 'ਚ ਰੱਖਣਾ ਚਾਹੁੰਦੇ ਹਾਂ। ਰੀਜ਼ਨ ਇਹਦਾ ਬਿਹਾਈਂਡ ਸਾਫ ਸੁਥਰਾ ਵਾ। ਸਾਡੀਆਂ ਕਿੰਨੀਆਂ ਸਟੇਟਸ ਨੇ, ਜੋਗਰਾਫਿਕਲੀ ਡਿਫਰੈਂਸ ਨੇ, ਕ੍ਰੌਪ ਡਿਫਰੈਂਟ ਆ। ਹੁਣ ਤੁਸੀਂ ਅਸਾਮ ਦੀ ਚਾਹ ਪੱਤੀ ਤਾਂ ਨਹੀਂ ਉਗਾ ਸਕਦੇ, ਜੀ ਸੇਬ ਦੇ ਬਾਗ ਜਾ ਕੇ ਕੇਰਲਾ 'ਚ ਮਸਾਲਿਆਂ 'ਚ ਤਾਂ ਨਹੀਂ ਉਗਾ ਸਕਦੇ, ਤਾਂ ਉਹ ਆਪਣੀ ਸਟੇਟ ਆਪਣੇ ਹਿਸਾਬ ਨਾਲ ਇੱਕ ਜੋਗਰਾਫੀਕਲ ਤਰੀਕੇ ਨਾਲ ਵੰਡੇ ਹੋਏ ਆ। ਉਸ ਆਪਣੀ ਫਸਲ ਨੂੰ ਧਿਆਨ 'ਚ ਦਿੰਦੇ ਹੋਏ ਮਾਰਕੀਟਿੰਗ ਰੱਖਣੀ ਪਊਗੀ, ਆਪਣੀ ਫਸਲ ਨੂੰ ਧਿਆਨ 'ਚ ਦਿੰਦੇ ਹੋਏ ਤੁਹਾਨੂੰ ਕ੍ਰੌਪ ਪੈਟਰਨ ਆਪਣਾ ਬਣਾਉਣਾ ਪਊਗਾ। ਤਾਂ ਇਹ ਸਟੇਟਸ ਨੂੰ ਦਿੱਤਾ ਗਿਆ ਸੀ ਇਸ ਰੀਜ਼ਨ ਕਾਰਨ। ਤਾਂ ਉਹ ਇੱਕ ਫੈਡਰਲ ਢਾਂਚਾ ਜੇ ਆਪਾਂ ਨੂੰ ਹੱਕ ਦੇ ਰਿਹਾ ਆਪਾਂ ਨੂੰ ਸਟੇਟ ਬਣਾਉਣ ਨੂੰ, ਉਹ ਸੈਂਟਰ ਨੂੰ ਨਹੀਂ ਬਣਾਉਣੇ ਚਾਹੀਦੇ, ਸਟੇਟਸ ਨੂੰ ਬਣਾਉਣੇ ਚਾਹੀਦੇ ਆ। ਇੱਕ ਆਪਾਂ ਰੈਗੂਲਮ ਟਾਕਸ ਕਰਨ ਅੱਗੇ ਆਪਾਂ ਇੱਕ ਬਿੰਦੂ ਤੇ ਗੱਲ ਕਰਨ ਆ ਜਾਂਦੇ ਹਾਂ, ਇੱਕ ਪੁਆਇੰਟ ਤੇ ਗੱਲ ਕਰਨ ਆ ਜਾਂਦੇ ਵੀ ਆਹ ਚੇਂਜ ਆਪਾਂ ਕਰਾ ਸਕਦੇ ਹਾਂ, ਆਹ ਅਮੈਂਡਮੈਂਟ ਹੋ ਸਕਦੀ ਹੈ। ਸਾਡੀ ਚੌਥੀ ਮੀਟਿੰਗ ਦੇ ਵਿੱਚ ਹੀ ਉਹ ਅਮੈਂਡਮੈਂਟ ਤੇ ਆ ਗਏ ਸੀ, 12 ਅਮੈਂਡਮੈਂਟ ਦੇ ਦਿੱਤੀ ਅਸੀਂ ਉਹਨਾਂ ਨੇ ਜੀ। 11ਵੀਂ ਤੋਂ 10ਵੀਂ ਮੀਟਿੰਗ ਦੇ ਵਿੱਚ ਉਹ 1.5 ਸਾਲ ਹੀ ਫਰੀਜ਼ ਲਈ ਆ ਗਏ। ਜਿਹੜੀ 11ਵੀਂ ਮੀਟਿੰਗ ਹੋਈ ਤਾਂ ਇਹੀ ਹੋਈ ਨਾ ਵੀ ਨਹੀਂ ਅਸੀਂ ਆਹ ਮਨਜ਼ੂਰ ਨਹੀਂ ਕਰਦੇ, ਅਸੀਂ ਸੋਚ ਕੇ ਜਦੋਂ ਆਪਣਾ ਰਿਜ਼ਲਟ ਦਿੱਤਾ। ਉਸ ਤੋਂ ਬਾਅਦ ਉਹ ਗੱਲਬਾਤ ਟੇਬਲ ਟਾਕ ਤੇ ਆਏ ਕਦੋਂ ਨੇ? ਗੱਲ ਤਾਂ ਸਰਕਾਰ ਦੀ ਆ ਵੀ 22 ਜਨਵਰੀ ਤੋਂ ਬਾਅਦ ਅੱਜ ਤੱਕ ਉਹ ਕੋਈ ਮੀਟਿੰਗ ਨਹੀਂ ਕਰ ਰਹੇ। ਜੇ ਬਿਨਾਂ ਪਹਿਲਾਂ ਹਰਜੀਤ ਗਰੇਵਾਲ ਜੀ ਦਾ ਤੁਸੀਂ ਨਾਂ ਲਿਆ, ਉਹੀ ਕਹਿੰਦੇ ਹੁੰਦੇ ਸੀ ਟੇਬਲ ਟਾਕ ਤੋਂ ਬਿਨਾਂ ਗੱਲ ਹੱਲ ਨਹੀਂ ਹੋਣੀ। ਜੇ ਅੱਜ ਟੇਬਲ ਟਾਕ ਤੋਂ ਭੱਜੇ ਆ ਤਾਂ ਸਰਕਾਰ ਭੱਜੀ ਆ। ਜਥੇਬੰਦੀਆਂ ਤਾਂ ਕਹਿੰਦੀਆਂ ਜਦੋਂ ਤੁਸੀਂ ਬੁਲਾਓਗੇ ਅਸੀਂ ਟੇਬਲ ਟਾਕ ਲਈ ਤਿਆਰ ਹਾਂ। ਇਸ ਕਰਕੇ ਟੇਬਲ ਟਾਕ ਕਰਨਾ ਪੈਣਾ। ਜਿਹੜੀ ਤੀਜੀ ਮੰਗ ਹੈਗੀ ਆ, ਤੇਰੀ ਤੀਜਾ ਰੂਲ ਕੀਤਾ, ਅਮੈਂਡਮੈਂਟ ਕੀਤੀ ਹੈ 2020 ਐਸੈਂਸ਼ੀਅਲ ਗੁੱਡ ਐਕਟ ਦੇ, ਉਹ ਤਾਂ ਸਾਰਾ ਆਵਾਮ ਨੂੰ ਹੀ ਫਰਕ ਪੈਣਾ, ਕਿਉਂਕਿ ਮਿਡਲ ਕਲਾਸ ਤੋਂ ਲੈ ਕੇ ਲੋਅਰ ਕਲਾਸ ਪਾਵਰਟੀ ਵਾਲੇ ਬੰਦਿਆਂ ਤੱਕ, ਕਿਸਾਨਾਂ ਤੱਕ ਜਿਨ੍ਹਾਂ ਨੂੰ ਫਸਲਾਂ ਨਹੀਂ ਮਿਲਦੀਆਂ, ਕੋਵਿਡ-19 ਐਗਜ਼ੈਂਪਲ ਆ ਜਿਹਨਾਂ ਨੂੰ ਕ੍ਰੌਪ ਮਿਲ ਚੁੱਕੀ ਹੈ ਜਾਂ MSP ਹੈਗੀ ਸੀ। ਇਸ ਕਰਕੇ ਉਹ ਜਿਹੜੇ ਲਾਜ਼ ਨੇ ਉਹਦਾ ਇੱਕ ਅਲੱਗ ਆ। ਦੋ ਲਾਅ ਦੇ ਉੱਤੇ ਤਾਂ ਮੈਂ ਸਟ੍ਰਿਕਟਲੀ ਕਹਿ ਸਕਦਾ ਵੀ ਜੇ ਇਹ ਅੱਜ ਆਪਾਂ ਇਹਨਾਂ ਨੂੰ ਛੱਡਦੇ ਹਾਂ, ਕੱਲ੍ਹ ਨੂੰ ਸਰਕਾਰ ਤਾਂ ਫਿਰ ਕਿੰਨੇ ਲਾਅ ਸਾਡੇ ਉੱਪਰ ਲੈ ਜੂਗੀ ਹੋਰ। ਜਿਵੇਂ ਉਹ ਕਹਿ ਰਹੇ ਨੇ ਕਿ ਜੇ ਕਿਸਾਨ ਇਹ ਗੱਲ ਛੱਡ ਦੇਣ ਕਿ ਰੱਦ ਕਰਨ ਵਾਲਾ ਤੁਸੀਂ ਮਸਲਾ ਛੱਡ ਦਿਓ, ਅਸੀਂ ਗੱਲ ਆਉਣ ਨੂੰ ਤਿਆਰ ਹਾਂ। ਤੁਸੀਂ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਚਿੱਠੀ ਵੀ ਪ੍ਰਾਈਮ ਮਿਨਿਸਟਰ ਨੂੰ ਲਿਖੀ ਸੀ, ਉਹਦਾ ਕੋਈ ਜਵਾਬ ਆਇਆ? ਉਹਦਾ ਵੀ ਜਵਾਬ ਨਹੀਂ ਆਇਆ। ਜਿਹੜੀ 1 ਮਿੰਟ ਦੀ ਕਾਲ ਕਹੀ ਸੀ ਉਹਦਾ ਤਾਂ ਅੱਜ ਤੱਕ 5-6 ਮਹੀਨੇ ਹੋ ਗਏ, 1 ਮਿੰਟ ਦੀ ਕਾਲ ਹੀ ਨਹੀਂ ਆਈ ਜੀ। ਸੋ ਕੀ ਇਹ ਸੰਭਵ ਨਹੀਂ ਹੈਗਾ ਕਿ ਬਿਨਾਂ ਰੱਦ ਕਰਨ ਤੋਂ ਇਹਨਾਂ ਦਾ ਕੋਈ ਹੱਲ ਨਹੀਂ ਹੈਗਾ ਕਿ ਹੈ ਕੋਈ? ਦੇਖੋ ਸਾਡੇ ਕੋਲ 303 ਤਾਂ ਹੈ ਨਹੀਂ, 303 ਵੋਟਾਂ ਤਾਂ MP ਦਾ ਉਹਨਾਂ ਕੋਲ ਨਹੀਂ। ਉਹ ਲਾਅ ਜਦੋਂ ਇੱਕ ਵਾਰ ਰੱਦ ਕਰ ਦੇਣਗੇ ਨਵਾਂ ਆਰਡੀਨੈਂਸ ਜਾਰੀ ਕਰ ਸਕਦੇ ਨੇ। ਸਾਨੂੰ ਇਹ ਵੀ ਪਤਾ ਵੀ ਜੇ ਲਾਅ ਕਰਾ ਕੇ ਚਲੇ ਗਏ ਦੁਬਾਰਾ ਫਿਰ ਆਰਡੀਨੈਂਸ ਕਰ ਸਕਦੇ ਨੇ। ਉਹ ਤਾਂ ਰੱਦ ਕਦੇ ਵੀ ਹੋ ਸਕਦਾ, ਕਾਨੂੰਨ ਰੱਦ ਕਦੇ ਵੀ ਹੋ ਸਕਦਾ। ਉਹ ਤਾਂ ਪ੍ਰੋਸੀਜਰ ਹੈ, ਜਿਸ ਢੰਗ ਨਾਲ ਬਣਾਇਆ ਉਸੇ ਢੰਗ ਨਾਲ ਪਾਰਲੀਮੈਂਟ ਜਾ ਕੇ ਉਹ ਕਰ ਸਕਦੇ ਆ। ਇਹ ਸਿਰਫ ਇੱਕ ਰਾਜ ਹੱਟ ਆ ਜੀ ਜਿਹੜੀ ਉਹ ਨਹੀਂ ਛੱਡਣਾ ਚਾਹ ਰਹੇ। ਸਿਰਫ ਇਹ ਰਾਜ ਹੱਟ ਨੂੰ ਕਨਵਰਟ ਕਰ ਲਈ, ਜਿਹੜਾ ਤੁਸੀਂ ਵਰਡ ਚੂਜ਼ ਕਰ ਰਹੇ ਹੋ ਡਰੈਗਨ ਟਾਕਸ 'ਚ ਗੱਲ ਹੋ ਰਹੀ ਹੈ ਵੀ ਕਿਸਾਨ ਕਿਉਂ ਨਹੀਂ ਪਿੱਛੇ ਹਟਦੇ, ਉਹਦਾ ਮੈਂ ਕਲੈਰਿਟੀ ਦੇਤੀ ਆ ਵੀ ਆਪਾਂ ਫੈਡਰਲੀ ਹਰ ਸਟੇਟ ਦਾ ਆਪਣਾ ਹੱਕ ਗਵਾ ਲਾਂਗੇ। ਜੇ ਅੱਜ ਪਿੱਛੇ ਕਿੰਨੀਆਂ ਗੱਲਾਂ ਖਾਤਰ ਆਪਾਂ ਨਹੀਂ ਬੋਲੇ ਸਟੇਟ ਦੇ ਤੌਰ ਤੇ, ਅੱਜ ਆਪਾਂ ਇੱਕ ਐਜੀਟੇਸ਼ਨ ਖੜੀ ਕਰਕੇ ਨਾਲ ਹਰਿਆਣਾ, ਉੱਤਰਾਖੰਡ, UP, ਰਾਜਸਥਾਨ, ਮੱਧ ਪ੍ਰਦੇਸ਼ ਨੂੰ ਆਪਾਂ ਖੜਾ ਕਰ ਲਿਆ। ਆਪਣੇ ਫੈਡਰਲ ਢਾਂਚੇ ਲਈ ਉਹ ਖੜੇ ਨੇ, ਐਗਰੀਕਲਚਰ ਵਾਸਤੇ ਸਮਝ ਲਓ। ਜੇ ਮੈਂ ਨਹੀਂ ਕਹਿੰਦਾ ਤੇ ਇਕੱਲੀ ਐਗਰੀਕਲਚਰ ਫੈਡਰਲ ਲਈ ਖੜੇ ਨੇ, ਤਾਂ ਉਹ ਫੈਡਰਲੀ ਲੜਾਈ ਜਿਹੜੀ ਲੜੀ ਜਾ ਰਹੀ ਆ ਉਹ ਵਰਲਡ ਨੂੰ ਦੇਖੀ ਜਾ ਰਹੀ ਆ ਵੀ ਵਰਲਡ 'ਚ ਵੀ ਫੈਡਰਲੀ ਲੜਾਈ ਲੜੀ ਜਾ ਰਹੀ ਆ। ਦੂਜੀ ਫਾਰਮਰਸ ਜਿਹੜੀ ਮੂਵਮੈਂਟ ਖੜੀ ਹੋਈ ਆ ਵੀ ਸਾਡੇ ਤੁਸੀਂ ਅਨਾਜ ਦਾ ਹੀ ਇਹੋ ਜਿਹਾ ਸਿਸਟਮ ਕਰ ਲਿਆ ਵੀ ਸਾਰਾ ਹੀ ਕਬਜ਼ਾ ਕਰਨਾ ਚਾਹੁੰਦੇ ਹੋ। ਇਹ ਲੜਾਈ ਉਹਨਾਂ ਦੇ ਜਿਨ੍ਹਾਂ ਦੇ ਕੋਲ ਬਹੁਤ ਗਿਣਤੀ MPs ਨੇ, ਜਿਨ੍ਹਾਂ ਦੀ ਸਰਕਾਰ ਸਟਰੋਂਗ ਆ, ਉਹਨਾਂ ਨੂੰ ਆਪਣੀ ਈਗੋ ਪ੍ਰੋਬਲਮ ਛੱਡ ਦੇਣੀ ਚਾਹੀਦੀ ਹੈ। ਸਟਰੋਂਗ ਗਵਰਨਮੈਂਟ ਜੇ ਮਿਲੀ ਆ ਤਾਂ ਲੋਕਾਂ ਦੀ ਵੋਟ ਲਿੱਤੀ ਆ, ਤੁਸੀਂ ਲੋਕਾਂ ਵਾਸਤੇ ਕੰਮ ਕਰੋ। ਜੇ ਇੱਕ ਰਿਪੀਲ ਵੀ ਕਰ ਲੈਂਦੇ ਤਾਂ ਕਿੱਡੀ ਵੱਡਾ ਕੰਮ ਸੀ ਇਹਨਾਂ ਵਾਸਤੇ। ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦਾ ਪਿੱਛੋਂ ਸਹਿਯੋਗ, ਕਿਉਂਕਿ ਲੰਮਾ ਸਮਾਂ ਹੋ ਗਿਆ ਤੇ ਹੁਣ ਦੁਬਾਰੇ ਸ਼ੁਰੂ ਹੋ ਰਿਹਾ, ਤੇ ਕਿਵੇਂ ਲੱਗਦਾ ਤੁਹਾਨੂੰ ਕਿ ਪੰਜਾਬ ਤੋਂ, ਹਰਿਆਣਾ, UP ਵਗੈਰਾ ਤੋਂ ਆਉਣ ਵਾਲੇ ਦਿਨਾਂ ਵਿੱਚ ਮੋਰਚੇ ਦੇ ਲਈ ਜਿਹੜਾ ਇਕੱਠ ਹੈ? ਕੋਈ ਵੀ ਐਜੀਟੇਸ਼ਨ ਭਲਾ ਕਾਲਜ ਤੋਂ ਸ਼ੁਰੂ ਕਰੋ, ਭਲਾ ਡਿਸਟ੍ਰਿਕਟ ਦੀ ਹੋਵੇ, ਭਲਾ ਸਟੇਟ ਦੀ ਹੋਵੇ, ਜਾਂ ਅੱਜ ਡੈਲੀ ਲੈਵਲ ਦੀ ਹੋਗੀ, ਬਿਨਾਂ ਸਹਿਯੋਗ ਤੋਂ ਨਹੀਂ ਲੜੀ ਜਾ ਸਕਦੀ ਜੀ। ਜਦ ਤੱਕ ਤੁਸੀਂ ਲੋਕਾਂ ਦੇ ਮਨਾਂ 'ਚ ਆਪਣੀ ਗੱਲ ਬਿਠਾ ਨਹੀਂ ਸਕਦੇ, ਤੁਸੀਂ ਆਪਣੀ ਪ੍ਰੂਵ ਨਹੀਂ ਕਰ ਸਕਦੇ ਵੀ ਆਪਾਂ ਕੀ ਲੜ ਰਹੇ ਹਾਂ, ਕਿਹਦੇ ਵਾਸਤੇ ਲੜ ਰਹੇ ਹਾਂ, ਤਾਂ ਉਹ ਐਜੀਟੇਸ਼ਨ ਨਹੀਂ ਖੜਦੀ ਹੁੰਦੀ। ਇਹ ਐਜੀਟੇਸ਼ਨ ਤਾਂ ਪ੍ਰਤੱਖ ਹੋ ਗਈ, ਜੋ ਕਿ ਸਾਡੇ ਚੁੱਲ੍ਹਿਆਂ ਜਾ ਚੁੱਕੀ। ਸਾਡੀ ਮਾਵਾਂ ਭੈਣਾਂ ਨੂੰ ਸਾਰੀ ਇੱਕ ਲਾਅ ਦਾ ਪਤਾ ਲੱਗਣ ਲੱਗ ਗਿਆ, ਜਿਨ੍ਹਾਂ ਨੂੰ ਮੈਂ ਕਹਿੰਦਾ ਮੋਦੀ ਜੀ ਦਾ ਧੰਨਵਾਦ, ਜਿਨ੍ਹਾਂ ਨੂੰ ਕਦੀ ਲਾਅ ਪੜ੍ਹਿਆ ਨਹੀਂ ਸੀ, ਉਹਨਾਂ ਨੇ ਵੀ ਆਪਣੇ ਵਾਸਤੇ ਲਾਅ ਬਣਾਉਣ ਵਾਸਤੇ ਸੋਚਣ ਲੱਗ ਗਏ ਵੀ ਆਹ ਲਾਅ ਨੂੰ ਆਹ ਲਿਖ ਕੇ ਆਪਾਂ ਦੂਜਾ ਲਿਖ ਸਕਦੇ, ਤੀਜਾ ਲਿਖ ਸਕਦੇ ਹਾਂ। ਉਹ ਗੱਲਾਂ ਸਾਡੀਆਂ ਸੱਤਾਂ ਦੇ ਵਿੱਚ ਪਿੰਡਾਂ 'ਚ ਚੱਲ ਪਈਆਂ ਵੀ ਕਾਨੂੰਨ ਹੋਣਾ ਕਹਿੰਦਾ ਕਿਹੋ ਜਿਹਾ ਚਾਹੀਦਾ, ਖੇਤੀ ਹੋਣੀ ਕਿਹੋ ਜਿਹੀ ਚਾਹੀਦੀ ਆ। ਝੋਨਾ ਛੱਡਣ ਬਾਰੇ ਲੋਕਾਂ ਨੇ ਸੋਚਿਆ ਨਹੀਂ ਸੀ, ਇਸ ਲਾਅ ਦੇ ਵਿੱਚ ਝੋਨਾ ਛੱਡਣ ਬਾਰੇ ਵੀ ਗੱਲਾਂ ਸੋਚਣ ਲੱਗ ਗਏ ਵੀ ਪਾਣੀ ਝੋਨਾ ਇਹਨਾਂ ਨੂੰ ਆਪਾਂ ਦੇ ਰਹੇ ਹਾਂ ਤਾਂ ਅਗਲੇ ਆਉਣ ਵਾਲੇ ਟਾਈਮ 'ਚ ਸ਼ਾਇਦ ਇਹ ਨਾ ਖਰੀਦਣ। ਸੋ ਕਾਦੀਆਂ ਸਾਹਿਬ, ਇਹ ਗੱਲ ਹੈ ਕਿ ਵੀ ਗੱਲ ਤਾਂ ਸਟੇਜ ਤੇ ਮੁੱਕਣੀ ਹੈ ਜਦੋਂ ਅਸੀਂ ਇਕੱਠੇ ਬੈਠਾਂਗੇ ਟੇਬਲ ਦੇ ਉੱਤੇ, ਇਹ ਤਾਂ ਗੱਲ ਪੱਕੀ ਹੈ। ਭੱਜੀ ਸਰਕਾਰ ਆ ਜੀ, ਠੀਕ ਹੈ ਨਾ, ਅਜੇ ਤਾਂ ਭੱਜੇ ਨਹੀਂ। ਸੋ ਇਹ ਆ ਕਿ
ਇਹ ਗੱਲ ਸਪਸ਼ਟ ਹੈ ਕਿ ਜਦੋਂ ਝਗੜਾ ਪੈਂਦਾ ਗੱਲ ਤਾਂ ਬੈਠ ਕੇ ਨਿਬੜਨੀ ਹੈ। ਤੇ ਸਰਕਾਰ ਯੂਨੀਅਨਸ ਕਹਿ ਰਹੀਆਂ ਨੇ ਕਿ ਸਰਕਾਰ ਭੱਜੀ ਹੈ, ਔਰ ਸਰਕਾਰ ਯੂਨੀਅਨਸ ਨੇ ਚਿੱਠੀ ਵੀ ਲਿਖ ਕੇ ਭੇਜੀ ਹੈ, ਉਹਦਾ ਜਵਾਬ ਹਾਲੇ ਤੱਕ ਵਾਪਸ ਨਹੀਂ ਆਇਆ। ਜਿੰਨਾ ਅੰਦੋਲਨ ਲੰਮਾ ਹੋ ਰਿਹਾ ਇਸ ਬਾਰੇ ਸੋਚਿਆ ਇਹ ਜਾਂਦਾ ਸੀ, ਫਾਰਮੂਲਾ ਇਹ ਬਣਿਆ ਜਾਂਦਾ ਹੈ ਕਿ ਜਿੰਨਾ ਕੋਈ ਅੰਦੋਲਨ ਲੰਮਾ ਹੋ ਜਾਏਗਾ ਉਹ ਵੀਕ ਹੋ ਜਾਏਗਾ। ਪਰ ਕਿਸਾਨਾਂ ਦੇ ਇਸ ਅੰਦੋਲਨ ਨੇ ਇੱਕ ਨਵੀਂ ਪਿਰਤ ਪਾ ਦਿੱਤੀ ਹੈ ਕਿ ਜਿੰਨਾ ਅੰਦੋਲਨ ਇਹ ਲੰਮਾ ਹੋਇਆ ਹੈ ਇਹਦੇ ਵਿੱਚੋਂ ਬਹੁਤ ਸਾਰੀਆਂ ਉਣਤਾਈਆਂ ਜਿਹੜੀਆਂ ਨਿਕਲੀਆਂ ਨੇ ਉਹਨਾਂ ਨੂੰ ਅੰਦੋਲਨ ਵਾਲਿਆਂ ਨੇ ਪਰਖ ਲਿਆ ਔਰ ਆਉਣ ਵਾਲੇ ਸਮੇਂ ਵਿੱਚ ਉਸ ਢੰਗ ਨਾਲ ਤਿਆਰੀ ਕੀਤੀ ਹੈ। ਜਿਵੇਂ ਮਹਾਤਮਾ ਗਾਂਧੀ ਜੀ ਦੇ ਕਤਲ ਦੇ ਨਾਲ ਹਰ ਵਾਰੀ ਨਥੂਰਾਮ ਗੌਂਡਸੇ ਦੀ ਗੱਲ ਹੁੰਦੀ ਹੈ ਔਰ ਉਹਨੂੰ ਬਦਨਾਮੀ ਹੀ ਮਿਲਦੀ ਹੈ ਔਰ ਇਤਿਹਾਸ ਦੇ ਵਿੱਚ ਹਮੇਸ਼ਾ ਇਹ ਲਿਖਿਆ ਜਾਏਗਾ। ਸੋ ਇਹ ਅੰਦੋਲਨ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਿਸਮ ਦਾ ਸਮਰਥਨ ਜੋ ਲੋਕਾਂ ਦੇ ਮਨਾਂ ਵਿੱਚ ਮਿਲ ਰਿਹਾ, ਜਿਵੇਂ ਕਾਦੀਆਂ ਸਾਹਿਬ ਨੇ ਕਿਹਾ ਕਿ ਹਰ ਇੱਕ ਬੰਦੇ ਨੇ ਪੜ੍ਹਨਾ ਚਾਹਿਆ ਕਿ ਆਖਰਕਾਰ ਕਾਨੂੰਨ ਇਹ ਕੀ ਨੇ, ਲੋਕਾਂ ਨੇ ਪੜ੍ਹ ਲਿਆ ਹੈ, ਲੋਕਾਂ ਨੇ ਮਨ ਬਦਲਣੇ ਸ਼ੁਰੂ ਕਰ ਦਿੱਤੇ ਹੈ। ਸੋ ਇਹ ਫੈਸਲਾ ਤਾਂ ਇੱਕ ਦਿਨ ਹੋਏਗਾ। ਇਹ ਤਾਂ ਸਪਸ਼ਟ ਹੈ ਕਿ ਇਹ ਤਾਂ ਨਹੀਂ ਕਿ ਸਦੀਆਂ ਤੱਕ ਇਹ ਅੰਦੋਲਨ ਚੱਲੇਗਾ ਜਾਂ ਸਰਕਾਰ ਇੰਨਾ ਲੰਮਾ ਚਲਵਾ ਸਕੇਗੀ। ਇਹ ਇੱਕ ਦਿਨ ਤਾਂ ਇਹ ਗੱਲ ਕਿਤੇ ਨਾ ਕਿਤੇ ਨਿਬੜੇਗੀ। ਪਰ ਇਤਿਹਾਸ ਦੇ ਵਿੱਚ ਹਮੇਸ਼ਾ ਇਹ ਲਿਖਿਆ ਜਾਏਗਾ ਕਿ ਕਿਸਾਨਾਂ ਦੀ ਗੱਲ ਫਲਾਣੀ ਸਰਕਾਰ ਨੇ, ਮੋਦੀ ਸਰਕਾਰ ਨੇ ਇੰਨਾ ਸਮਾਂ ਨਹੀਂ ਮੰਨੀ ਜੋ ਕਿ ਉਹਨਾਂ ਦੇ ਹਮੇਸ਼ਾ ਅਗੇਂਸਟ ਜਾਏਗੀ ਇਤਿਹਾਸ ਦੇ ਵਿੱਚ। ਭਾਵੇਂ ਕਿ ਇਹਨਾਂ ਨੇ ਇਤਿਹਾਸ ਨਹੀਂ ਪੜ੍ਹਨਾ, ਪਰ ਜੋ ਆਉਣ ਵਾਲੇ ਲੋਕ ਹੋਣਗੇ ਉਹ ਤਾਂ ਪੜ੍ਹਨਗੇ ਕਿ ਕਿਸਾਨਾਂ ਦੇ ਨਾਲ ਇੰਨਾ ਲੰਮਾ ਅੰਦੋਲਨ ਚੱਲਿਆ ਅਤੇ ਉਹਨਾਂ ਦੀ ਗੱਲ ਨਹੀਂ ਮੰਨੀ ਗਈ, ਕਿਉਂਕਿ ਕਿਸਾਨ ਕਿਸੇ ਇੱਕ ਵਾਸਤੇ ਨਹੀਂ ਲੜ ਰਹੇ, ਉਹ ਪੂਰੇ ਹਿੰਦੁਸਤਾਨ ਵਾਸਤੇ ਲੜ ਰਹੇ ਨੇ। ਸੋ ਕਾਦੀਆਂ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੀਆਂ ਸਪਸ਼ਟ ਗੱਲਾਂ ਕੀਤੀਆਂ ਨੇ ਇਸ ਆਸ ਨਾਲ ਕਿ ਸਰਕਾਰ ਵੱਲੋਂ ਹੁੰਗਾਰਾ ਉਹ ਆਵੇ ਤਾਂ ਕਿ ਲੋਕ ਜਿਹੜੇ ਨੇ ਇਸ ਵਕਤ ਉਂਗਲੀਆਂ ਮੂੰਹ 'ਚ ਪਾ ਕੇ ਬੈਠੇ ਨੇ ਕਿ ਕਦੋਂ ਇਹ ਗੰਢ ਖੁੱਲ੍ਹੇ ਅਤੇ ਮਸਲਾ ਹੱਲ ਹੋਵੇ ਅਤੇ ਕਿਸਾਨ ਆਪਣੇ ਆਪਣੇ ਘਰਾਂ ਨੂੰ ਆਉਣ, ਕਿਉਂਕਿ ਕੋਵਿਡ ਦਾ ਸਮਾਂ ਹੈ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਤਿਆਰੀ ਕਰਨੀ ਹੈ। ਅੱਗੋਂ ਫਿਰ ਤੀਸਰੀ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ ਔਰ ਕਿਸਾਨ ਆਪਣਾ ਬਹੁਤ ਵੱਡਾ ਨੁਕਸਾਨ ਕਰ ਚੁੱਕੇ ਹੈ। 600 ਤੋਂ ਵੱਧ ਕਿਸਾਨ ਇਸ ਅੰਦੋਲਨ ਦੇ ਵਿੱਚ ਆਪਣੀ ਆਹੂਤੀ ਪਾ ਚੁੱਕੇ ਹੋਏ ਹੈ। ਪਰਮਾਤਮਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੁਝ ਚੰਗੀ ਗੱਲ ਸੁਣਨ ਨੂੰ ਮਿਲੇ। ਕਾਦੀਆਂ ਸਾਹਿਬ ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।